वाहिगुरु जी का खालसा वाहिगुरु जी की फतेह। गुरु दर ते हाजिर गुरु सवारे खालसा जी, आप जी वड भागे हो जो 8वें पातशाह बाला प्रीतम सतगुरु जिस डिठै सब दुख जाए, इन्हां अजमतां वडियाइयां दे मालक गुरु हरकृष्ण साहब महाराज जी दे पवित्र चरण छोह प्राप्त इतिहासक अस्थान गुरुद्वारा बंगला साहब जी की यात्रा करदे हां। जुगो जुग अटल छतर चबर तखत दे मालक धन 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 श्री गुरु ग्रंथ साहिब पातशाह महाराज जी दे हजूर मनुखा जीवन दीयां घड़ियां नूं सफला कर रहे हो। हुण समा है गुरु दरबार दे निजम अनुसार गुरु इतिहास की चल रही लड़ीवार कथा दा अपनियां मन बिरतियां एकाग्र करो। रसना पवित्र कर दे एक बार, सारे उच्चारण करो जी सतनाम वाहिगुरु जी। ये इतिहास पहले पातशाह जौहर पीर जगत गुरु कल तारण आए श्री गुरु नानक देव महाराज जी का है। प्रसंग है 9 खंडां की यात्रा। आपां जदों गुरबाणी पढ़ते हाँ, भाई गुरदास जी दियां वारां पढ़ते हाँ, फिर सानू जिथे परमेश्वर की सिफत सलाह प्राप्त हुंदी है, उत्थे गुरु की वडियाई, फिर सानू गुरु इतिहास भी पता लगता है। फिर बाबा मक्के गया, नील बस्तर धारे बनवारी। हुण ये एक इतिहासक पक्ष है, ये हिस्टरी है। बाबे तारे 4 चक 9 खंड पृथ्वी सच्चा टोआ। ये उस जोग्राफिए का वर्णन है जिथे जिथे मेरे सतगुरु गुरु नानक साहब जी की रहमत का मीह बरसे है। 4 चक केड़े ने, 9 खंड केड़े ने, धरती का तो चलो असी कह सकते भी सानू पता ही है। अज भी देशों के नावां ते धरती वंडी हुई है। जिवें अज असी इंडिया नूं कह सकते भी स्टेटां बणियां होईयां ने, कोई हिमाचल है, कोई उत्तराखंड है, कोई J&K जम्मू कश्मीर है। हुण J&K है, पहला कला कश्मीर देश हुंदा सी, पंजाब देश हुंदा सी, ढाका बंगाला ये वखरे वखरे देश हुंदे सन। संगला द्वीप जिन्हों श्रीलंका कहने एक देश हुंदा सी। 9 खंडां दे विच विचरदियां सतगुरु पहला गए ने इलाबरत, ये खंड का नाम है। मुड़ के गए ने हिरण खंड, ये दूसरा खंड है। इत्थे जदों सतगुरु पहुंचे ने
ਤੇ ਇੱਥੋਂ ਦੇ ਲੋਕ ਗੁਰੂ ਗੋਰਖ ਨੂੰ ਮੰਨਦੇ ਸੀ, ਯੋਗ ਸਾਧਨਾਵਾਂ ਕਰਦੇ ਸੀ। ਆ ਜਿਹੜਾ ਯੋਗਾ ਬਾਬਾ ਰਾਮਦੇਵ ਕਰਾਉਂਦਾ ਹੈ ਨਾ, ਇਹ ਐਕਸਰਸਾਈਜ਼ ਹੈ। ਇਹ ਉਹ ਯੋਗ ਸਾਧਨਾ ਨਹੀਂ ਹੈ ਜਿਹੜੀ ਗੁਰੂ ਗੋਰਖ ਵਾਲੀ ਹੈ। ਹੁਣ ਇਹਦੇ ਨਾਲ ਮੰਤਰਾਂ ਦੀਆਂ ਸੀੜੀਆਂ ਜੋੜ ਦਿੱਤੀਆਂ ਗਈਆਂ। ਹੁਣ ਸਕੂਲ 'ਚ ਬੱਚੇ ਪੀਟੀ ਕਰਦੇ ਸੀ, ਤੁਸੀਂ ਵੀ ਕੀਤੀ ਹੋਣੀ, ਮੈਂ ਵੀ ਕੀਤੀ ਹੈ। ਆਰਮੀ ਦੇ ਵਿੱਚ ਪਰੇਡ ਹੁੰਦੀ ਹੈ। ਹੁਣ ਲੋਕਾਂ ਨੇ ਇਸ ਤੋਂ ਵੀ ਅਗਲਾ ਕੰਮ ਸ਼ੁਰੂ ਕਰ ਲਿਆ, ਘਰ 'ਚ ਡੀਜੇ ਲਾ ਲਿਆ, ਜਨਾਨੀਆਂ ਬੱਚੇ ਆਪੇ ਹੀ ਨੱਚੀ ਜਾਂਦੇ ਨੇ। ਬੰਦੇ ਪੁੱਛੋ ਵੀ ਇਹ ਕੀ ਹੈ, ਕਹਿੰਦੇ ਜੀ ਐਕਸਰਸਾਈਜ਼ ਹੈ। ਗੱਲ ਤੇ ਸਿਰਫ ਸਰੀਰ ਨੂੰ ਸਵਸਥ ਰੱਖਣ ਦੀ ਸੀ। ਤੋ ਇਸ ਕਥਾ ਦੇ ਵਿੱਚ ਆਉਂਦਾ ਹੈ ਕਿ ਜਦੋਂ ਇੱਥੇ ਸਤਿਗੁਰੂ ਗਏ ਤੇ ਇਹ ਲੋਕ ਯੋਗ ਸਾਧਨਾਵਾਂ ਕਰਦੇ ਸੀ, ਜਿਵੇਂ ਪ੍ਰਾਣਾਯਾਮ ਹੋ ਗਿਆ। ਹੁਣ ਕੁੰਡਲਨੀ ਪ੍ਰਾਣਾਯਾਮ, ਇਹ ਆਸਣ 84 ਇਹਦੀਆਂ ਵੱਖਰੀਆਂ ਵੱਖਰੀਆਂ ਜੁਗਤੀਆਂ ਨੇ, ਵੱਖਰੇ ਵੱਖਰੇ ਆਸਣ ਨੇ ਇਹਦੇ ਯੋਗਾ ਦੇ। ਹੁਣ ਤੇ ਜਿੰਨਾ ਕਿ ਫੇਮਸ ਹੈ, ਇਹਨੂੰ ਸਿਰਫ ਮੈਡੀਕਲ ਗਰਾਊਂਡ ਤੇ ਲੈ ਆਂਦਾ ਗਿਆ ਤੇ ਲੋਕਾਂ ਦੇ ਜੀਵਨ ਦਾ ਹਿੱਸਾ ਬਣ ਗਿਆ। ਕਿਸੇ ਨੇ ਕਹਿਤਾ ਜੀ ਮੇਰਾ ਲੱਕ ਦੁਖਦਾ ਹੈ, ਕਿਸੇ ਨੇ ਕਹਿਤਾ ਜੀ ਮੇਰੀਆਂ ਲੱਤਾਂ ਦੁਖਦੀਆਂ ਨੇ, ਕਿਸੇ ਨੇ ਕਿਹਾ ਜੀ ਮੈਨੂੰ ਸਾਹ ਚੜ੍ਹਦਾ ਨੇ, ਕਿ ਯੋਗਾ ਕਰਿਆ ਕਰ। ਹੁਣ ਉਹ ਯੋਗਾ ਗੁਰੂ ਗੋਰਖ ਵਾਲਾ ਯੋਗਾ ਨਹੀਂ ਹੈ, ਉਹ ਸਿੱਧ ਪੁਰਖਾਂ ਵਾਲੀ ਇਹ ਯੋਗ ਸਾਧਨਾ ਨਹੀਂ ਹੈ। ਜੇ ਉਹ ਹੁੰਦੀ ਤਾਂ ਹੁਣ ਤੱਕ ਬਾਬੇ ਰਾਮਦੇਵ ਨੇ ਤਾਂ ਉੱਡਣ ਵੀ ਲੱਗ ਜਾਣਾ ਸੀ। ਹੁਣ ਜਹਾਜ਼ ਤੇ ਭਾਵੇਂ ਲੈ ਲੇ, ਆਪ ਨਹੀਂ ਉੱਡਦਾ, ਕਿਉਂਕਿ ਪੈਸੇ ਇੰਨੇ ਹੋ ਗਏ ਨੇ, ਹੁਣ ਨਹੀਂ ਉੱਡਦਾ। ਹੁਣ ਉਹਦੀ ਏਅਰਲਾਈਨ ਤੇ ਭਾਵੇਂ ਉੱਡ ਪਵੇ। ਪਰ ਜਿਨ੍ਹਾਂ ਜੋਗੀਆਂ ਦੀਆਂ ਆਪਾਂ ਕਥਾ ਸੁਣੀਆਂ ਨੇ, ਉਹ ਤਾਂ ਉੱਡਦੇ ਸੀ ਆਕਾਸ਼ ਵਿੱਚ। ਅਗਰ ਪਿਛਲੇ ਦਿਨੀ ਤੁਸੀਂ ਕਥਾ ਸੁਣੀਆਂ ਹੋਣ ਤੇ ਤਾਂ ਸਦਕੇ ਜਾਈਏ ਗੁਰੂ ਨਾਨਕ ਦੇ ਜੀ ਦੀ ਖੜਾ ਨੇ ਥੱਲੇ ਲੈ ਆਂਦੇ, ਨਹੀਂ ਤੇ ਇੱਥੇ ਚੜ੍ਹ ਗਏ ਸੀ ਤੁਹਾਨੂੰ। ਇਹਨਾਂ ਨੇ ਤਾਂ ਜਿਹੜੀ ਬੋਰੀ ਤੇ ਬੈਠਦੇ ਸੀ ਉਹੀ ਉਡਾ ਦਿੱਤੀ ਤੁਹਾਨੂੰ, ਉਹ ਵੀ ਹੈਲੀਕਾਪਟਰ ਬਣ ਗਈ। ਜਿਹੜੀ ਬਰਾਗਣ ਦੇ ਉੱਤੇ ਇਦਾਂ ਹੱਥ ਰੱਖ ਕੇ ਠੋਡੀ ਰੱਖਦੇ ਸੀ, ਉਹ ਡੰਡਾ ਜਿਹਾ ਹੀ ਉੱਡ ਗਿਆ। ਕਮੰਡਲ ਉਡਾ ਦਿੱਤੇ ਇਹਨਾਂ ਨੇ ਆਪਣੇ, ਉਹ ਖੱਪਰ ਜਿਹੇ 'ਚ ਭੀਖ ਮੰਗਦੇ ਸੀ ਉਹ ਹੀ ਉਡਾ ਦਿੱਤੀ, ਉਡਾਤੀ ਤੇ ਉੱਡ ਗਈ। ਇਹ ਰਿੱਧੀਆਂ ਸਿੱਧੀਆਂ ਹੁੰਦੀਆਂ ਸੀ ਯੋਗਾ ਵਿੱਚ। ਇਹ ਜਿਹੜੀ ਯੋਗ ਸਾਧਨਾ ਅੱਜ ਹੈ ਨਾ, ਇਹ ਸਿਰਫ ਇੱਕ ਐਕਸਰਸਾਈਜ਼ ਹੈ। ਸਰੀਰ ਨੂੰ ਠੀਕ ਰੱਖਣ ਦਾ ਬਹੁਤ ਅੱਛਾ ਤਰੀਕਾ ਹੈ। ਤੁਸੀਂ ਇਹਨੂੰ ਪੀਟੀ ਕਹਿ ਲਓ, ਤੁਸੀਂ ਇਹਨੂੰ ਪਰੇਡ ਕਹਿ ਲਓ, ਤੁਸੀਂ ਇਹਨੂੰ ਯੋਗਾ ਕਹਿ ਲਓ, ਕੀ ਫਰਕ ਪੈਂਦਾ? ਪਰ ਜੇ ਅਸਲ ਯੋਗੇ ਦੀ ਗੱਲ ਕਰੋ ਤੇ ਉਹ ਯੋਗਾ ਯੋਗ ਸਾਧਨਾਵਾਂ ਤੋਂ ਹੈ, ਜਿੱਥੇ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਹੁੰਦੀ ਹੈ, ਜਿੱਥੇ ਮਨੁੱਖ 10ਵੇਂ ਦੁਆਰ ਵਿੱਚ ਜਾ ਕੇ ਸਵਾਸ ਰੋਕਦਾ ਹੈ। ਜੇ ਇੰਨਾ ਕੁਝ ਬਾਬੇ ਰਾਮਦੇਵ ਨੂੰ ਪਤਾ ਹੁੰਦਾ ਤੇ ਸਲਵਾਰ ਥੋੜਾ ਪਾਉਣੀ ਪੈਣੀ ਸੀ ਉਹਨੂੰ। ਉਹ ਵਿਚਾਰਾ ਸਲਵਾਰ ਪਾ ਕੇ ਭੱਜਿਆ। ਜੇ ਕਿਤੇ ਇੰਨੇ ਯੋਗਾ ਹੁੰਦਾ ਤੇ ਸਾਹ ਚੜਾ ਕੇ ਬਹਿ ਜਾਂਦਾ, ਸਰਕਾਰ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ। ਉਹ ਤੇ ਵਿਚਾਰੇ ਦਾ ਪਾਣੀ ਮੁੱਕ ਗਿਆ। ਉਹ ਤੇ ਸ਼੍ਰੀ ਰਵੀ ਸ਼ੰਕਰ ਜੀ ਦੇ ਬੱਚੇ ਜਿਉਣ, ਚਲੋ ਬੱਚੇ ਤੇ ਉਹਦੇ ਹੈ ਨਹੀਂ, ਸਾਰੀ ਦੁਨੀਆ ਬੱਚੇ ਹੀ ਨੇ ਉਹਦੇ। ਉਹਨੂੰ ਜਗਤ ਗੁਰੂ ਕਹਿੰਦੇ ਨੇ ਹਿੰਦੂ ਵੀਰ। ਨਾ ਉਹ ਜੂਸ ਦਾ ਗਲਾਸ ਪਿਆਉਂਦਾ ਤੇ ਕੰਮ ਹੋ ਗਿਆ ਸੀ, ਬਾਬੇ ਦੀ ਟਰਰ ਓਵਰ ਖਤਮ ਹੋ ਗਈ ਸੀ। ਇਸ ਕਰਕੇ ਮੈਂ ਇਹਦੀਆਂ ਗੱਲਾਂ ਸਪਸ਼ਟ ਤਾਂ ਕੀਤੀਆਂ ਨੇ ਕਿ ਕੋਈ ਘੁੰਮਣ ਘੇਰੀ ਰਹਿਣੀ ਨਹੀਂ ਚਾਹੀਦੀ, ਆਪਾਂ ਨੂੰ ਸਮਝ ਆ ਜਾਣੀ ਚਾਹੀਦੀ ਇਹ ਉਹ ਯੋਗਾ ਨਹੀਂ ਹੈ। ਬਸ ਗੱਲ ਇੰਨੀ ਹੈ। ਜਿਹੜਾ ਗੁਰੂ ਗੋਰਖ ਵਾਲਾ ਯੋਗਾ ਹੈ, ਇਹ ਉਹ ਯੋਗਾ ਨਹੀਂ ਹੈ। ਇਹ ਯੋਗਾ ਸਿਰਫ ਇੱਕ ਐਕਸਰਸਾਈਜ਼ ਹੈ। ਨਹੀਂ ਤਾਂ ਉਹ ਯੋਗੀ ਤੇ ਕਮਾਲ ਦੇ ਯੋਗੀ ਸੀ। 10ਵੇਂ ਦੁਆਰ ਦੇ ਵਿੱਚ ਸਵਾਰ ਸਰੋਕ ਲੈਂਦੇ ਸੀ। 100 ਸਾਲ 200 ਸਾਲ 300 ਸਾਲ 400 ਸਾਲ ਆਪਣੀ ਉਮਰ ਵਧਾ ਲੈਂਦੇ ਸੀ। ਉਹ ਯੋਗਾ ਹੈ, ਇਹ ਯੋਗਾ ਨਹੀਂ ਹੈ, ਇਹ ਐਕਸਰਸਾਈਜ਼ ਹੈ। ਪਰ ਇਹਨੂੰ ਹੁਣ ਹਰ ਚੀਜ਼ ਨੂੰ ਜਿਵੇਂ ਮਤਲਬ ਹਿੰਦੂ ਰੰਗ ਚੜਾਇਆ ਜਾਂਦਾ। ਜਿਵੇਂ ਹੁਣ ਰੌਲਾ ਪਾਈ ਜਾਂਦੇ ਨੇ ਲਾਲ ਕਿਲ੍ਹਾ ਜੀ ਹਿੰਦੁਸਤਾਨ ਦੀ ਧਰੋਹਰ ਹੈ,
ਵੀ ਜਿਸ ਲਾਲ ਕਿਲੇ ਤੋਂ ਕਤਲੇਆਮ ਦੇ ਫੈਸਲੇ ਹੋਏ, ਔਰੰਗਜ਼ੇਬ ਨੇ ਕਿੱਥੇ ਬੈਠ ਕੇ ਫੈਸਲਾ ਕੀਤਾ? ਲਾਲ ਕਿਲੇ ਤੇ, ਕਿ ਗੁਰੂ ਦੇ ਲਾਲਾਂ ਨੂੰ ਸ਼ਹੀਦ ਕਰ ਦੇਣਾ ਚਾਹੀਦਾ, ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਹੀਦ ਕਰ ਦੇਣਾ ਚਾਹੀਦਾ, ਹਿੰਦੂਆਂ ਦੇ ਜਨੇਊ ਲਾ ਲੈਣੇ ਚਾਹੀਦੇ ਨੇ, ਇਹਨਾਂ ਦੀਆਂ ਧੀਆਂ ਭੈਣਾਂ ਚੁੱਕ ਕੇ ਆਪਣੇ ਘਰ ਬਿਠਾ ਲੈਣੀਆਂ ਚਾਹੀਦੀਆਂ ਨੇ। ਇਹ ਫੈਸਲੇ ਲਾਲ ਕਿਲੇ ਤੋਂ ਹੋਏ ਨੇ। ਅੱਜ ਉਹ ਧਰੋਹਰ ਬਣ ਗਈ। ਜੇ ਉਹ ਠੀਕ ਹੈ ਤੇ ਬਾਬਰੀ ਮਸਜਿਦ ਕਿਵੇਂ ਮਾੜੀ ਸੀ? ਫਿਰ ਉਹ ਵੀ ਰੱਖ ਲੈਂਦੇ। ਉਹ ਤੋੜਤੀ ਤੁਸੀਂ। ਮਤਲਬ ਬਾਬਰ ਨੇ ਵੀ ਤੇ ਜ਼ੁਲਮ ਹੀ ਕੀਤਾ ਸੀ ਨਾ। ਔਰੰਗਜ਼ੇਬ ਨੇ ਕਦੋਂ ਭਾਈਚਾਰਾ ਕੀਤਾ ਸਾਡੇ ਨਾਲ? ਮਤਲਬ ਔਰੰਗਜ਼ੇਬ ਦੀ ਇੱਕ ਫੱਟੀ ਲੱਗੀ ਹੈ। ਔਰੰਗਜ਼ੇਬ ਲੇਨ ਰੋਡ ਤੇ ਚਲੋ ਖਤਮ ਹੋ ਗਈ। ਉਹਦੇ ਤੇ ਜਾ ਕੇ ਕਾਲੀ ਸ਼ਾਹੀ ਪਾ ਦਿੱਤੀ, ਉਹਦੇ ਤੇ ਕਾਲਾ ਪੇਂਟ ਮਾਰ ਦਿੱਤਾ ਤੇ ਲਾਲ ਕਿਲੇ ਨੂੰ ਫੁੱਫੜ ਬਣਾ ਲਿਆ। ਵੀ ਇਹ ਕਦੋਂ ਦਾ ਬਣ ਗਿਆ ਸਾਡਾ ਬਈ? ਜਿਸ ਲਾਲ ਕਿਲੇ ਦੀ ਜਿਹੜੀ ਹੋਂਦ ਹੈ, ਬੁਨਿਆਦ ਹੈ, ਉਹ ਸਾਡੇ ਤੇ ਰੂਲਿੰਗ ਵਾਸਤੇ ਸੀ, ਬਾਹਰਲੇ ਹਮਲਾਵਰਾਂ ਨੇ ਬਣਾਈ ਹੈ। ਇੱਥੇ ਬੈਠ ਕੇ ਜਿੰਨੇ ਫੈਸਲੇ ਹੋਏ ਨੇ ਹਿੰਦੂ ਧਰਮ ਦੇ ਔਰ ਸਿੱਖ ਧਰਮ ਦੇ ਵਿਰੁੱਧ ਹੋਏ ਨੇ। ਸਾਨੂੰ ਤਾਂ ਸਗੋਂ ਸਾਰਿਆਂ ਨੂੰ ਇਸ ਗੱਲ ਤੇ ਇਕੱਠੇ ਹੋਣਾ ਚਾਹੀਦਾ ਕਿ ਲਾਲ ਕਿਲਾ ਸਾਡੀ ਧਰੋਹਰ ਨਹੀਂ ਹੈ। ਸਿਰਫ ਇੱਕ ਦਿਨ ਭਾਸ਼ਣ ਦੇਣ ਕਰਕੇ ਉਹ ਸਾਡੀ ਧਰੋਹਰ ਬਣ ਗਈ, ਜਿੱਥੋਂ ਸਾਡੇ ਜਨੇਊ ਉਤਾਰੇ ਗਏ, ਜਿੱਥੋਂ ਸਾਡੀਆਂ ਧੀਆਂ ਭੈਣਾਂ ਦੀ ਬੇਪਤੀ ਕੀਤੀ ਗਈ, ਜਿੱਥੇ ਰੋਜ਼ ਆ ਜਿੰਨੇ ਕਸ਼ਮੀਰ ਦੇ ਮੁਸਲਮਾਨ ਨੇ, ਮੈਨੂੰ ਕੋਈ ਵਿਦਵਾਨ ਬਿਠਾ ਕੇ ਦੱਸ ਦੇ ਕਿ ਕਿਹੜੇ ਵਿਦਵਾਨ ਅਬਦਾਲੀ ਲੈ ਕੇ ਆਇਆ, ਨਾਦਰ ਲੈ ਕੇ ਆਇਆ, ਬਾਬਰ ਲੈ ਕੇ ਆਇਆ, ਜਿਹੜੇ ਉਹ ਕਸ਼ਮੀਰ ਵਿੱਚ ਵਸਾ ਕੇ ਚਲਾ ਗਿਆ। ਇਹ ਸਾਰੇ ਹਿੰਦੂ ਨੇ, ਇਹ ਸਾਰੇ ਪੁਰਾਣੇ ਹਿੰਦੂ ਨੇ। ਮੌਤ ਤੋਂ ਡਰਦੇ ਮੁਸਲਮਾਨ ਹੋ ਗਏ। ਅੱਜ ਲੰਮੀ ਬਾਗ ਦਿੰਦੇ ਨੇ ਤੇ ਕੀ ਕਰੀਏ? ਇਹਨਾਂ ਦਾ ਪਿਛੋਕੜ ਲੱਭਣ ਜਾਵਾਂਗੇ ਤੇ ਸਾਡੇ ਚੋਂ ਨਿਕਲ ਆਉਣਾ ਹੈ। ਇਹ ਵੀ ਹਿੰਦੂਆਂ ਚੋਂ ਮੁਸਲਮਾਨ ਬਣੇ ਨੇ। ਹਕੀਕਤ ਇਹ ਹੈ। ਤੇ ਬਣਾਏ ਕਿੰਨੇ? ਬਣਾਏ ਲਾਲ ਕਿਲੇ ਨੇ। ਇਹ ਸਾਰੇ ਜ਼ੁਲਮ ਇੱਥੋਂ ਹੋਏ ਨੇ। ਅੱਜ ਮਤਲਬ ਅਸੀਂ ਦੂਜੇ ਪਾਸੇ ਨੂੰ ਤੁਰ ਪਏ। ਤੋ ਇਹ ਜਿਹੜੇ ਹਿਰਣਖੰਡ ਦੇ ਲੋਕ ਸੀ, ਇਹ ਯੋਗਾ ਕਰਦੇ ਸੀ। ਯੋਗਾ ਤੋਂ ਭਾਵ ਹੈ ਯੋਗ ਸਾਧਨਾਵਾਂ। ਯੋਗ ਸਾਧਨਾਵਾਂ ਦੇ ਵਿੱਚ ਇਹ ਕਿੱਡੇ ਕੁ ਪੁੱਗੇ ਹੋਏ ਸਨ। ਇਹ ਕਦੇ ਬਿਮਾਰ ਨਹੀਂ ਸੀ ਹੁੰਦੇ। ਵੇਖੋ ਕੈਸੀ ਕਥਾ ਆਪਾਂ ਕੱਲ ਸੁਣੀ ਹੈ ਕਿ ਇਹ ਲੋਕ ਹਮੇਸ਼ਾ ਰਹਿਤ ਤਰੁਣ ਸੋ ਮਨ ਜੋ ਸੁਦਾਈ, ਇਹ ਜਵਾਨ ਰਹਿੰਦੇ ਸੀ, ਇਹ ਬੁੱਢੇ ਹੁੰਦੇ ਹੀ ਨਹੀਂ ਸੀ। ਇਹ ਆਪਣੇ ਆਪ ਨੂੰ ਇਸ ਕਦਰ ਇਹਨਾਂ ਨੇ ਸਾਧਨਾਵਾਂ ਕੀਤੀਆਂ ਹੋਈਆਂ ਸੀ ਵੀ ਇਹਨਾਂ ਦੇ ਵਿੱਚ ਬੁਢੇਪਾ ਨਹੀਂ ਸੀ ਆਉਂਦਾ। ਸਿਰਫ ਆਉਂਦੀ ਸੀ ਤੇ ਮੌਤ ਆਉਂਦੀ ਸੀ। ਤੇ ਮੌਤ ਵੇਲੇ ਕੀ ਕਰਦੇ ਸੀ? ਫਿਰ ਬੈਠੇ ਗਿਰ ਪਰ ਚੜ ਊਚੇ, ਤਬ ਬੈਠੇ ਗਿਰ ਪਰ ਚੜ ਊਚੇ, ਬ੍ਰਹਮ ਰੰਦਰ ਕੋ ਫੋਰ ਸੁਡਾਰੇ, ਤੈ ਤੇ ਆਪਣੇ ਪ੍ਰਾਣ ਨਕਾਰੇ। ਪਹਾੜੀ ਤੇ ਬਹਿੰਦੇ ਸੀ, ਆਪਣਾ 10ਵਾਂ ਦਵਾਰ ਫੋੜਦੇ ਸੀ, ਸਵਾਸ ਕੱਢ ਦਿੰਦੇ ਸੀ। ਮੈਂ ਪਹਿਲਾਂ ਵੀ ਬੇਨਤੀ ਕੀਤੀ, ਬੰਦੇ ਦੇ ਮਰਨ ਦੇ ਕਾਰਨ ਹਜ਼ਾਰ ਹੋ ਸਕਦੇ ਨੇ, ਢੰਗ ਤਰੀਕੇ ਹਜ਼ਾਰ ਹੋ ਸਕਦੇ ਨੇ, ਪਰ ਜਿਹੜੇ ਸਵਾਸ ਨਿਕਲਦੇ ਨੇ, ਵੇਖੋ ਇੱਕ ਬੜਾ ਵੱਡਾ ਕੁਐਸਚਨ ਹੈ ਗੁਰਬਾਣੀ ਵਿੱਚ। ਮੋਹੇ ਅਚਰਜ ਭਇਓ, ਮੋਹੇ ਅਚਰਜ ਭਇਓ, ਇਹ ਜੀ ਆਏ ਕਹਾਂ ਗਏ। ਆਇਆ ਕਿੱਥੇ? ਮਾਤਾ ਦੇ ਗਰਭ ਵਿੱਚ। ਜਿਸ ਦਿਨ ਮਾਤਾ ਦੇ ਗਰਭ ਵਿੱਚ ਬੱਚਾ ਨਿਮਿਆ ਜਾਂਦਾ ਹੈ, ਉਧਰ ਸਵਾਸ ਨਹੀਂ ਚੱਲਦੇ, ਉਦੋਂ ਉਹਦੇ ਵਿੱਚ ਆਤਮਾ ਪ੍ਰਵੇਸ਼ ਨਹੀਂ ਕਰਦੀ। ਉਹ ਸਿਰਫ ਇੱਕ ਮਾਸ ਦਾ ਇੱਕ ਲੋਥੜਾ ਹੈ। ਹੌਲੀ ਹੌਲੀ ਵੇਖੋ ਪਰਮਾਤਮਾ ਦੀ ਕਲਾ ਹੈ। ਮੈਂ ਤੇ ਕੱਲ ਵੀ ਬੇਨਤੀ ਕੀਤੀ ਸੀ, ਰਵਈਆ ਕੇ ਗੁਣ ਚੇਤ ਪ੍ਰਾਨੀ। ਜੇ ਵਾਹਿਗੁਰੂ ਕਹਿਣਾ ਹੋਵੇ ਤੇ ਇੱਥੋਂ ਸ਼ੁਰੂ ਕਰੋ। ਇਸੇ ਕਰਕੇ ਹੁਣ ਅਸੀਂ ਵਾਹਿਗੁਰੂ ਦੇ ਬਰਾਬਰ ਘਰ ਦੇ ਵਿੱਚ ਇੱਕ ਫੋਟੋ ਲਾਈ ਹੋਈ ਹੈ। ਨਹੀਂ, ਵਾਹਿਗੁਰੂ ਦੇ ਬਰਾਬਰ ਕੋਈ ਨਹੀਂ ਹੋ ਸਕਦਾ, ਨਾ ਹੈਗਾ
ना हो सकता है, ना कदे होया है, ना कदे होएगा। वो सिर्फ परमात्मा ही है जिहड़ा है पी होसी जाए ना जासी रचना जिन रचाई। वो केवल इको रब है। कुछ महीनों तो बाद बच्चे विच आत्मा प्रवेश करती है। सतगुरु कहते बस ये मेरा एक संदेह है, ये जी आए किवें आया, माता दे गर्भ विच वो आत्मा किवें प्रवेश कीती, एक क्वेश्चन है। चलो ये तो ठीक है। एक बच्चा खेड रहा सी, खेडदे खेडदे नूं मां ने ताड़िया, जा काका गुरुद्वारे घ्यो जोत विच घ्यो पा के आ, तुसीं भी खेडदे होवो मैं भी खेडदा होवां, आपां अपने बचपन चले जाइए। तो जो माँ प्यो काम दसदे ने तुहानूं पता ही भी किन्ने क भैड़े लगदे ने। इदों वड्डा दुश्मन नहीं हो सकता बच्चे का कोई जिहड़ा खेडदे नूं काम कवे। चलो बच्चा तुर पिया गुरुद्वारे नूं, अगों मेरे वर्गा कथावाचक टक्कर गया। कहता काका कित्थों आए? कहता गुरुद्वारे तो। गुरुद्वारे के की लैण गया सी? कहता मां ने घल्लिया सी भी जोत विच घ्यो पा के आउणा है। हुण मेरे वर्गे नूं किते सवेर दा टाइम नहीं सी मिलिया कथा वाले नूं। जिवें वो कहते ना भी माइयां दा पेट खराब हो जाता जे दो चार माइयां नाल बह के चुगलियां ना करन, साडा भी हो जाता है। सानूं भी कईयां नूं सिर नूं कथा चढ़ जाती। फिर हुण उहने वो बच्चे नूं ही रोक लिया। कहता काका तैनूं ये पता भी जोत आउंदी कित्थों है? वो बच्चे ने बथेरा कहा भी महाराज जी मैनू मैं खेडना है भी मेरी वारी है, मैं जाके लैनी है। उन्होंने भी मेरा खैड़ा छड्डे। वो जी ना जी। अखीर कहते बच्चे ने उसकी बांह फड़ी, कहते जी चलो दसो फिर मैनू। वो गुरुद्वारे लै गया। कहता दसो जी तुसी दस दिओ। वो कहता मैं तेनू पुछया भी जोत आउंदी कित्थों है? बच्चे ने कहते मारी फूक तो जोत दिती बजा। कहता मैनू आउंदी दा ते पता नहीं कित्थों, पर हुण तुसी दसो गई किधर नूं है? गुरु साहब का एक सवाल है भी चलो ये तो मान लिया कि आत्मा माता दे गर्भ विच बच्चे दे अंदर प्रवेश कर गई, ये तो गल समझ आई। ये जी आए आता गया, कहाँ गए हो? जो बंदा मरदा उदों उसकी आत्मा कित्थे जाती है? हर बंदे दे मरन लग्या एक आखिरी साह हुंदा है। जे तुसी अपने हत्थां 'च किते मौत वेखी होवे ते बंदा एक वड्डा सारा हौका जिहा लैंदा है। तो जिवें आपां आवासी लैने आ ना, इदां मूँह खुलदा है ते अंदरों हवा बाहर आउंदी है। कईयां दा फिर मूँह खुला ही रह जाता है। कोई सियाणा लागे बंदा बैठा हो तो मूँह इदा करके बंद कर दिंदा, बंद हो जाता। कईयां दा नहीं हुंदा, फिर उन्होंने कपड़े नाल बन्ह दिता जाता, जिवें अजकल करोने ने बधा साडा। श्वास जिहड़े ने जां मूँह थाणी निकलते हैं जां गुदा थाणी निकलते हैं, जां तीसरा जोगियां दा तरीका है वो 10वें द्वार तो कढ़ते हैं। हुण इत्थों दे लोग 10वां द्वार दे विचों अपने श्वास कढ़दे सी। कहते सब तो सौखा तरीका है, अगर श्वास 10वें द्वार चों निकल जाण ते मरन लग्या कोई तकलीफ नहीं होंदी। पर इन्हां ने एक सवाल किया गुरु साहब नूं, कहण लगे जी बाकी तो ठीक है पर मन शांत नहीं हुंदा। सतगुरु कहण लगे भी मन क्यों नहीं शांत हुंदा? मन शांत करन दा ते तरीका ही बड़ा सौखा है। सतनाम दा सिमरन करो पर लिव ला के करना है। तुहानूं पता है पाठ करन दे विच औखी गल किहड़ी है, सिमरन करन विच औखी गल किहड़ी है, इत्थे बह के कीर्तन सुनने विच औखी गल किहड़ी है? तुहानूं बड़े घੱਟ लोग मिलणगे जिहड़े इस तरह बह के कीर्तन सुनदे होणगे। नहीं तो मेरे क्या ऐ करी जाते होंगे, वो भी ठीक है।
नाले अपना गोडे कुट ले, नाले कीर्तन सुन लिया। क्योंकि असी नचर कुदन की अवस्था चों निकलते ही नहीं है। ये जिहड़ी चंचलताई है ये मुकदी नहीं। भगती सहज है, टकाऊ है। सहज ही भगती है, टकाऊ ही भगती है। सतगुरु तो बार बार कहते हैं भाई थिर कर बैसो, टिक के बह जाओ। समाधि बड़े सारे तुसी मत वेखोगे, उहदे समाधि का जिक्र आता। समाधि की है? अडोलता। ना धौन हिलेगी, ना मोढे हाथ हिलणगे, ना पैर हिलणगे। बिल्कुल सीधी कमर आदमी बैठा होया है, उतों एकाग्रता लिव शुरू होंदी है। ये बाहर की एक्सरसाइज है, अंदर तो अजे होर बहुत कुछ होना है। अंदर काम बैठा है, क्रोध बैठा है, लोभ बैठा है, मोह बैठा है, हंकार बैठा है। अजे तो मेरे वर्गे दी मूँह दियां मक्खियां नहीं सूत आउंदियां। एक मक्खी आ जाए तो ही अद्धा कीर्तन तो खा जाती है साडा। ये उस तो अगली अवस्था है। सतगुरु पिता जी कहन लगे परमेश्वर का सिमरन करो, लिव ला के करो, हौमे का त्याग करो। हौमे की है? मैं मेरी छड़ दो। हुण तुहाडे कोल कोई चीज़ है तो जे तुसी कहो जी मेरी है तो इत्थे मुकदी नहीं गी। भाई साहब जी ये घड़ी मेरी है जी, ये मैं लंदन तो लैके आया जी, ये अमकी कंपनी दी है जी, ये जी इन्ने पैसों की आई है जी। तो दसो भी तेरे को कथा सुन ली किन्ने कहा तेन? तुसी पुछ लो किसी को। ये शूज ये जी बड़ी ब्रांडेड कंपनी है जी, ये जर्मन की कंपनी है जी, ये बस दिल्ली किते किते शोरूम ने। भी तेरे को कथा किने सुनी है? असी ये भी गुआच जाने। हुण इन्नियां गल्लां विचों रब की गल कदों निकल के आएगी? किते भी नहीं। घर बारे पुछ लो तां कहेगा ये तो जी बड़ी मुश्किल साडे बापू ने प्लाट लिया सीगा, फिर करजा कुरजा चुक के असीं बनाया, तो हुण 4 पैसे साडे कोल आए ने, हुण असीं 20 लाख ला के दी रेनोवेशन की है। भी दसो मैं किहड़ा बिल पे करना है? तो जे किसी पूछे भी घर, हाँ जी घर गुरु नानक साहब ने बख्शे है, असी ये पनाह ली हुई है, घर ओहदा है, असी दिन कट रहे, आपे गल खत्म हो गई। असल में सब कुछ ओहदा है। जे प्रसाद बसै सुख मंदर, जे प्रसाद तेरी नीकी जात, जे प्रसाद छत्ती अमृत खाए। ये बार बार पूछे किहदी किरपा है? सतगुरु जी ने उन्होंने लोगों को समझाया, अस अभ्यास जे करो सदीवा होए शांत, मन को सुख सीवा। सतगुरु कहने लगे अभ्यास करो, शांति भी हो जाएगी, सुख भी हो जाएगा। योगा विच भी शांति नहीं है। जे शांति होंदी तो समेर पर्वत ते इन्ने झगड़े नहीं सी होने। जो गुरु नानक साहब गए ने, तुसी सुनिया ही है, इदा नहीं सी जिद्दां वर्ल्ड वार लगी हो, एक जोगी इनू भजा जाता है, दूजा इनू भजा जाता है, तीजा उधर नू भजा जाता है। उछल उछल पै जोगी गुरु नानक साहब नू, क्योंकि वो रिद्धियां सिद्धियां दे विचों भी शांति नहीं सी लभ सके। तो शांति परमेश्वर की भगती बिना है नहीं। भगती वास्ते चाहिए कुछ भी नहीं है। भगती वास्ते तुहानू छड्डना पवेगा, कोई पकड़न की लोड़ नहीं है। जिवें जिवें त्याग करते जाओगे तिवें तिवें रब दे परमेश्वर दे नेड़े हुंदे तुरे जाओगे। हाँ जी। सुन कर नर न सबन मन माना, करन लगे तेह बेद सुख जाना। इन्हां लोकां ने गुरु दे बचन सुने, गुरु दे बचन मन्ने, गुरु दे बचन कमाने शुरू कीते। हाँ जी। तेह ठाके तक काल गुर राखे, बहुरो की न गमन अभिलाखे। इत्थे कुछ समा गुरु नानक साहब ठहरे। समय तो भाव कुछ महीने भी हो सकते हैं। मैं एक दिन पहला भी बेनती की कि गुरु साहब दियाँ 4 उदासियां ने, तो तुहानूं इदां लगेगा भी हफ्ते हफ्ते की होनी है, 15-15 दिन की होएगी, महीने महीने की होएगी। नहीं,
ਇਹਨਾਂ 4 ਉਦਾਸੀਆਂ ਦਾ ਪੀਰੀਅਡ ਹੈ 21 ਸਾਲ। 21 ਸਾਲਾਂ 'ਚ ਫੌਜੀ ਪੂਰੀ ਨੌਕਰੀ ਕਰਕੇ ਵਾਪਸ ਆ ਜਾਂਦਾ ਘਰ। 18 19 20 ਸਾਲ ਦਾ ਭਰਤੀ ਹੋਇਆ ਫੌਜੀ ਜਿਹੜਾ ਹੈ 39 40 ਸਾਲ ਦਾ ਘਰ ਮੁੜ ਆਉਂਦਾ ਹੈ। 21 ਸਾਲ ਸਤਿਗੁਰਾਂ ਨੇ ਯਾਤਰਾਵਾਂ ਕੀਤੀਆਂ ਨੇ, ਕਈ ਜਗ੍ਹਾ ਮਹੀਨਿਆਂ ਬੱਧੀ ਵੀ ਗੁਰੂ ਜੀ ਰੁਕੇ ਨੇ। ਕੁਝ ਸਮਾਂ ਇੱਥੇ ਸਤਿਗੁਰੂ ਰੁਕੇ ਨੇ ਤੇ ਇੱਥੋਂ ਫਿਰ ਸਤਿਗੁਰੂ ਜੀ ਅੱਗੇ ਚੱਲੇ ਨੇ। ਹਾਂਜੀ, ਤੈਨ ਤੇ ਬਿਦਾ ਹੋਏ ਜਗ ਸਾਈ, ਕਿੰਗ ਪੁਰਖ ਖੰਡ ਪ੍ਰਵਸ਼ੇ ਜਾਈ। ਇੱਥੋਂ ਸਤਿਗੁਰੂ ਚੱਲੇ ਤੇ ਤੀਸਰਾ ਖੰਡ ਉਹ ਹੈ ਕਿੰਗ ਪੁਰਖ। ਇਸ ਖੰਡ ਦੇ ਵਿੱਚ ਸਤਿਗੁਰੂ ਜੀ ਨੇ ਪ੍ਰਵੇਸ਼ ਕੀਤਾ। ਖੰਡ ਦਾ ਅਰਥ ਕੀ ਹੈ? ਟੁਕੜਾ। ਖੰਡ ਜਿਹੜਾ ਸ਼ਬਦ ਹੈ ਨਾ, ਖੰਡ ਦਾ ਇੱਕ ਅਰਥ ਤੇ ਖੰਡ ਹੀ ਹੈ ਜਿਹੜੀ ਆਪਾਂ ਖਾਂਦੇ ਆ, ਸ਼ੂਗਰ। ਇੱਕ ਖੰਡ ਦਾ ਅਰਥ ਹੈ ਟੁਕੜੇ। ਜਿਵੇਂ ਆਪਾਂ ਸ਼ਬਦ ਬੋਲਦੇ ਸੱਚਖੰਡ, ਉਹ ਟੁਕੜਾ ਜਿੱਥੇ ਸੱਚ ਦਾ ਵਾਸਾ ਹੈ ਉਹਨੂੰ ਸੱਚਖੰਡ ਕਹਿ ਦਿੱਤਾ। ਕਿਤੇ ਗਿਆਨ ਖੰਡ, ਕਿਤੇ ਕਰਮ ਖੰਡ। ਇਹ ਵੀ ਗੁਰਬਾਣੀ ਵਿੱਚ ਵੱਖਰੇ ਵੱਖਰੇ ਅਵਸਥਾਵਾਂ ਦਾ ਜ਼ਿਕਰ ਆਉਂਦਾ ਹੈ। ਜਿਹੜੇ 9 ਖੰਡ ਧਰਤੀ ਦੇ ਮੰਨੇ ਗਏ ਨੇ, ਤੀਸਰੇ ਖੰਡ ਵਿੱਚ ਸਤਿਗੁਰੂ ਜੀ ਨੇ ਪ੍ਰਵੇਸ਼ ਕੀਤਾ ਹੈ। ਹਾਂਜੀ, ਨਗਰ ਸਮੀਪ ਜਾਏ ਕੇ ਬੈਸੇ, ਤਨ ਉਪਕਾਰ ਥਰਿਓ ਧਰ ਜੈਸੇ। ਉੱਥੇ ਸਤਿਗੁਰੂ ਨਗਰੀ ਦੇ ਬਾਹਰ ਜਾ ਕੇ ਬਹਿ ਗਏ। ਵੇਖੋ, ਸਤਿਗੁਰੂ ਜੀ ਦੇ ਕੋਲੋਂ ਬਹੁਤ ਕੁਝ ਸਿੱਖਣ ਦੀ ਲੋੜ ਹੈ, ਬਹੁਤ ਕੁਝ ਸਿੱਖਣ ਦੀ ਲੋੜ ਹੈ। ਅਸੀਂ ਤੇ ਕਿਸੇ ਦੇ ਪਿੰਡ 'ਚ ਨਹੀਂ, ਇਸ ਤੇ ਅਗਲੇ ਦੇ ਘਰ 'ਚ ਵੀ ਸਿੱਧੇ ਹੀ ਵੜਦੇ ਆ। ਸਤਿਗੁਰੂ ਕਦੇ ਕਿਸੇ ਦੇ ਘਰ ਤੱਕ ਹੀ ਜਾਣਾ, ਕਿਸੇ ਦੇ ਨਗਰ 'ਚ ਵੀ ਛੇਤੀ ਕੀਤਿਆ ਨਹੀਂ ਗਏ। ਨਗਰੀ ਦੇ ਬਾਹਰ ਜਾ ਕੇ ਸਤਿਗੁਰੂ ਬੈਠੇ ਨੇ। ਹਾਂਜੀ, ਧਰਮ ਚੰਦ ਤਹਿ ਹੁਤੋ ਨਿਰਪਾਲਾ, ਸੰਤਨ ਸੇਵਾ ਕਰਤ ਵਿਸਾਲਾ। ਇੱਥੋਂ ਦੇ ਰਾਜੇ ਦਾ ਨਾਂ ਹੈ ਧਰਮਚੰਦ ਤੇ ਇਹ ਸੰਤ ਸੇਵੀ ਰਾਜਾ ਸੀ। ਕੋਈ ਵੀ ਰੱਬ ਦਾ ਪਿਆਰਾ ਆਉਂਦਾ ਸੀ, ਕੋਈ ਰੱਬ ਦਾ ਭਗਤ ਆਉਂਦਾ ਸੀ ਤੇ ਇਹ ਉਹਨਾਂ ਦੀ ਸੇਵਾ ਕਰਦਾ ਸੀ। ਹਾਂਜੀ, ਆਨ ਪ੍ਰਣਾਮ ਕੀਨ ਪਦ ਤਾਹੀ, ਪਾਓ ਵਿਸਾਲ ਜਾਸ ਮਨ ਮਾਹੀ। ਇਹਨੂੰ ਪਤਾ ਲੱਗਿਆ ਵੀ ਨਗਰੀ ਤੋਂ ਬਾਹਰ ਕੋਈ ਸਾਧੂ ਆਏ ਨੇ। ਇਹ ਆਪ ਰਾਜਾ ਜਿਹੜਾ ਹੈ ਧਰਮਚੰਦ ਨਗਰੀ ਤੋਂ ਬਾਹਰ ਆਇਆ, ਸਤਿਗੁਰੂ ਦੇ ਆ ਕੇ ਦਰਸ਼ਨ ਕੀਤੇ, ਮੱਥਾ ਟੇਕਿਆ, ਸਤਿਗੁਰੂ ਜੀ ਦੇ ਚਰਨ ਪਰਸੇ। ਬਹੁਤ ਵਿਸਾਲ ਭਾਵ, ਵੱਡਾ ਪਿਆਰ ਇਹਨੇ ਗੁਰੂ ਜੀ ਦੇ ਚਰਨਾਂ ਦੇ ਪ੍ਰਤੀ ਪ੍ਰਗਟ ਕੀਤਾ। ਕਹਿਣ ਲੱਗਾ, ਜੀ ਧੰਨ ਭਾਗ ਮੇਰੀ ਨਗਰੀ ਦੇ, ਮੇਰੇ ਰਾਜ ਭਾਗ ਦੇ ਕਿ ਤੁਸੀਂ ਮਹਾਤਮਾ ਪੁਰਖਾਂ ਨੇ ਆ ਕੇ ਇੱਥੇ ਚਰਨ ਪਾਏ ਨੇ। ਹਾਂਜੀ, ਕਹਿਣ ਲੱਗਿਓ ਮੁਝ ਸੇਵ ਬਤਾਵੋ, ਕਹੋ ਸੋ ਕਰੋ ਨ ਬਿਲਮ ਲਗਾਵੋ। ਕਹਿਣ ਲੱਗਾ, ਜੀ ਸੇਵਾ ਲਾਓ, ਹੁਕਮ ਕਰੋ, ਮੈਂ ਤੁਹਾਡੀ ਕੀ ਸੇਵਾ ਕਰਾਂ। ਕੋਈ ਆਦੇਸ਼ ਕਰੋ, ਜੋ ਆਗਿਆ ਕਰੋਗੇ ਮੈਂ ਉਹਦਾ ਪਾਲਣ ਕਰਾਂਗਾ, ਔਰ ਪਾਲਣ ਕਰਨ ਵਿੱਚ ਦੇਰੀ ਵੀ ਨਹੀਂ ਕਰਾਂਗਾ। ਇਹ ਨਹੀਂ ਹੈ ਕਿ ਤੁਸੀਂ ਹੁਕਮ ਕਰੋਗੇ ਤੇ ਮੈਂ ਕਹਾਂਗਾ ਮੈਂ ਸੋਚ ਕੇ ਦੱਸਾਂਗਾ ਜੀ, ਨਾ। ਤੁਸੀਂ ਆਦੇਸ਼ ਕਰੋ, ਮੈਂ ਬਿਨਾਂ ਸੋਚਣ ਤੋਂ, ਬਿਨਾਂ ਦੇਰੀ ਤੋਂ ਮੈਂ ਤੁਹਾਡੇ ਹੁਕਮ ਦੀ ਪਾਲਣਾ ਕਰਾਂਗਾ। ਹਾਂਜੀ, ਸੁਣੀਐ ਸ੍ਰੀ ਅੰਗਦ ਤੇ ਕਾਲਾ, ਮੁਝੈ ਬਨਾਇਓ ਸ਼ੇਰ ਵਿਸਾਲਾ। ਹੁਣ ਗੁਰੂ ਦੇ ਕੌਤਕ ਗੁਰੂ ਜਾਣਦਾ ਹੈ। ਕਹਿੰਦੇ ਗੁਰੂ ਪਿਤਾ ਮਹਾਰਾਜ ਨੇ ਭਾਈ ਬਾਲੇ ਵੱਲ ਵੇਖਿਆ, ਉਹ ਬਣ ਗਿਆ ਸ਼ੇਰ। ਸ਼ੇਰ ਇੱਕ ਖੂੰਖਾਰ ਜਾਨਵਰ ਹੈ। ਹਾਂਜੀ, ਕਰੋ ਸੇਵ ਜੇ ਭੂਪ ਉਦਾਰਾ, ਪ੍ਰਥਮੈ ਦੀਜੈ ਸ਼ੇਰ ਆਹਾਰਾ। ਸਤਿਗੁਰੂ ਕਹਿਣ ਲੱਗੇ, ਰਾਜਾ ਜੇ ਤੂੰ ਸਾਡੀ ਸੇਵਾ ਹੀ ਕਰਨੀ ਹੈ ਤੇ ਸਾਡਾ ਸ਼ੇਰ ਭੁੱਖਾ ਹੈ, ਪਹਿਲਾਂ ਇਹਨੂੰ ਭੋਜਨ ਕਰਾ ਦੇ। ਸਾਡੇ ਲਈ ਕੋਈ ਜਲ ਪਾਣੀ, ਸਾਡੇ ਲਈ ਕੋਈ ਪ੍ਰਸ਼ਾਦਾ, ਕੋਈ ਲੰਗਰ ਲੈ ਕੇ ਆਉਣ ਤੋਂ ਪਹਿਲਾਂ ਇਹ ਸ਼ੇਰ, ਇਹ ਜਾਨਵਰ ਸਾਡੇ ਨਾਲ ਰਹਿੰਦਾ ਹੈ, ਇਹਨੂੰ ਭੁੱਖ ਲੱਗੀ ਹੈ,
ਤੇ ਇਹਦੀ ਤ੍ਰਿਪਤੀ ਕਰਵਾ ਦਿਓ, ਇਹਨੂੰ ਭੋਜਨ ਛਕਾਓ ਪਹਿਲਾਂ। ਹਾਂਜੀ। ਆਮਿਖ ਅਵਰ ਨ ਖਾਵਤ ਕੋ, ਪਛਤ ਰਾਜ ਪੁੱਤਰ ਹੋਇ ਜੋ। ਪਰ ਇਹ ਸ਼ੇਰ ਥੋੜਾ ਜਿਹਾ ਅਜੀਬ ਹੈ। ਉਹ ਕਹਿੰਦਾ ਜੀ ਉਹ ਕਿਵੇਂ? ਕਹਿੰਦੇ ਜਾਨਵਰਾਂ ਦਾ ਮਾਸ ਨਹੀਂ ਖਾਂਦਾ। ਕਹਿੰਦਾ ਜੀ ਫੇਰ? ਕਹਿੰਦੇ ਮਾਸ ਖਾਂਦਾ ਕਦੇ ਕਦੇ, ਪਰ ਰਾਜੇ ਦੇ ਪੁੱਤਰ ਦਾ ਖਾਂਦਾ ਹੈ। ਕੋਈ ਰਾਜੇ ਦਾ ਪੁੱਤਰ ਹੋਵੇ ਤੇ ਉਹਦਾ ਮਾਸ ਖਾ ਕੇ ਤ੍ਰਿਪਤ ਹੁੰਦਾ ਹੈ। ਇਹ ਆਮ ਜੰਗਲ ਦੇ ਜਾਨਵਰਾਂ ਦਾ ਮਾਸ ਨਹੀਂ ਖਾਂਦਾ। ਹਾਂਜੀ। ਤੇਹ ਪਰਖਨ ਅਸ ਗੁਰੂ ਅਲਾਇਆ, ਸੁਣ ਭੂਪਤ ਨਹਿਰੀ ਦਾ ਡੁਲਾਇਆ। ਅਸਲ ਵਿੱਚ ਸਤਿਗੁਰੂ ਉਹਦੀ ਪਰਖ ਕਰਨਾ ਚਾਹੁੰਦੇ ਸੀ ਕਿ ਜੇ ਕਿਹਾ ਜਾਵੇ ਵੀ ਮੈਂ ਤੇ ਜੀ ਸੰਤਾਂ ਦਾ ਬੜਾ ਵੱਡਾ ਸੇਵਕ ਆ, ਇੱਕ ਪਰਖ ਸੀ ਵੀ ਕਿੱਥੋਂ ਤੱਕ ਇਹ ਆਪਣੀ ਸੇਵਾ ਦਾ ਨੇਮ ਨਿਯਮ ਇਹ ਨਿਭਾ ਸਕਦਾ ਹੈ। ਜਿਵੇਂ ਹੀ ਸਤਿਗੁਰਾਂ ਨੇ ਬਚਨ ਆਖੇ, ਰਾਜਾ ਜਿਹੜਾ ਸੀ ਸੁਨ ਭੂਪਤ ਨੇ ਰਿਦਾ ਡੁਲਾਇਆ। ਰਾਜੇ ਨੇ ਆਪਣਾ ਮਨ ਡੁਲਾਇਆ ਨਹੀਂ, ਉਹਦਾ ਮਨ ਘਬਰਾਇਆ ਨਹੀਂ ਵੀ ਇਹ ਕੀ ਹੈ, ਹੁਣ ਇਹ ਮੇਰੇ ਪੁੱਤਰ ਵੀ ਖਾਣਗੇ, ਮੇਰਾ ਬੱਚਾ ਖਾਣਗੇ, ਇਹ ਚੰਗੇ ਸੰਤ ਨੇ। ਹਾਂਜੀ। ਤੇਹ ਪਰਖਨ ਅਸ ਗੁਰੂ ਅਲਾਇਆ, ਸੁਣ ਭੂਪਤ ਨਹਿਰੀ ਦਾ ਡੁਲਾਇਆ। ਕਹਿਓ ਨਕੇਤ ਪੁੱਤਰ ਹੈ ਮੇਰਾ, ਆਇਸ ਦੇਹੋ ਆਨੋ ਬਿਨ ਦੇਰਾ। ਰਾਜਾ ਕਹਿਣ ਲੱਗਾ ਜੀ ਆਦੇਸ਼ ਕਰੋ, ਮੈਂ ਘਰ ਜਾਵਾਂ, ਮੇਰਾ ਪੁੱਤਰ ਘਰ ਹੈ ਤੇ ਮੈਂ ਹੁਣੇ ਹੀ ਵਾਪਸ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੁੰਨਾ। ਹਾਂਜੀ। ਇਉਂ ਕਹਿ ਪੁੱਤਰ ਬੁਲਾਏ ਪਠਾਇਆ, ਤਿਹ ਸਥਾਨ ਤਤ ਛਿਨ ਸੋ ਆਇਆ। ਪੁੱਤਰ ਇਹਦਾ ਗੁਰੂ ਜੀ ਦੇ ਸਨਮੁਖ ਹਾਜ਼ਰ ਹੋ ਗਿਆ, ਆਦੇਸ਼ ਕੀਤਾ ਤੇ ਪੁੱਤਰ ਵੀ ਆਗਿਆਕਾਰੀ ਸੀ, ਉਹ ਪਹੁੰਚ ਗਿਆ। ਹਾਂਜੀ। ਸੰਤ ਸੇਵ ਮਹਿ ਲੱਗੇ ਸਰੀਰਾ, ਅਸ ਵਿਚਾਰ ਕਰ ਬਾਂਧੀ ਧੀਰਾ। ਕਹਿੰਦੇ ਪੁੱਤਰ ਨੂੰ ਵੀ ਧੀਰੇ ਸੀ ਕਿ ਜੇ ਕਿਸੇ ਰੱਬ ਦੇ ਪਿਆਰੇ ਦੀ ਸੇਵਾ 'ਚ ਸਰੀਰ ਲੱਗ ਜਾਏ ਤੇ ਹੋਰ ਕੀ ਚਾਹੀਦਾ ਹੈ। ਰਾਜਾ ਵੀ ਧੀਰਜ ਵਿੱਚ ਸੀ ਕਿ ਜੇ ਇੱਕ ਮੇਰਾ ਪੁੱਤਰ ਸੰਤਾਂ ਦੀ ਸੇਵਾ ਦੇ ਲੇਖੇ ਲੱਗੇਗਾ ਤੇ ਧੰਨ ਭਾਗ ਨੇ। ਇਸੇ ਕਰਕੇ ਨਾ ਪਿਤਾ ਡੋਲਿਆ, ਨਾ ਪੁੱਤਰ ਡੋਲਿਆ, ਨਾ ਰਾਜਾ ਡੋਲਿਆ, ਨਾ ਰਾਜੇ ਦਾ ਰਾਜਕੁਮਾਰ ਡੋਲਿਆ। ਹਾਂਜੀ। ਠਾਂਡੋ ਕੀਨੋ ਸ਼ੇਰ ਅਗਾਰੀ, ਧੰਨ ਭੂਪ ਗੁਰ ਗਿਰਾ ਉਚਾਰੀ। ਜਿਵੇਂ ਹੀ ਇਹਨੇ ਆਪਣਾ ਪੁੱਤਰ ਗੁਰੂ ਜੀ ਦੇ ਸ਼ੇਰ ਦੇ ਸਾਹਮਣੇ ਖੜਾ ਕੀਤਾ ਤੇ ਇਤਿਹਾਸ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਜੀ ਦੇ ਮੁਖ ਤੋਂ ਬਚਨ ਨਿਕਲਿਆ, ਧੰਨ ਭੂਪ, ਰਾਜਾ ਤੂੰ ਧੰਨ ਹੈ, ਵਾਕਈ ਤੇਰੀ ਸੇਵਾ ਮਹਾਨ ਹੈ। ਕਰਦੇ ਨੇ ਲੋਕ, ਆਪਾਂ ਵੀ ਜਿਵੇਂ ਸੇਵਾ ਕਰਦੇ ਆ, ਆਪਾਂ ਸੇਵਾ ਸਿਰਫ ਧੰਨ ਕਰਕੇ ਕਰਦੇ, ਨਾ ਤਨ ਕਰਕੇ ਨਾ ਮਨ ਕਰਕੇ। ਹੁਣ ਆਪਾਂ ਜਿੰਨੇ ਸੇਵਾ ਕਰਦੇ ਆ, ਸੇਵਾ ਸਾਡੇ ਤੋਂ ਜਿਹੜੀ ਮਰਜ਼ੀ ਕਰਾ ਲਓ, ਲੱਖ 2 ਲੱਖ 4 ਲੱਖ ਦੀ ਲਾਹੌੜੇ ਕਰ ਦਿੰਦੇ ਆ। ਤੇ ਜੇ ਕਿਸੇ ਨੂੰ ਕਹਿ ਦੋ ਵੀ ਸ਼ਰਾਬ ਛੱਡ ਦਿਓ ਜੀ, ਕੇਸ ਰੱਖ ਲਓ ਜੀ, ਨਹੀਂ ਇਹ ਤਾਂ ਗਿਆਨੀ ਜੀ ਬੜਾ ਮੁਸ਼ਕਲ ਹੈ। ਹਾਲਾਂਕਿ ਮੁਸ਼ਕਲ ਤੇ ਉਹ ਹੋਣਾ ਚਾਹੀਦਾ ਜਿਹੜਾ ਔਖਾ ਕਮਾਇਆ ਪੈਸਾ ਹੈ। ਭਾਈ ਕੇਸ ਤਾਂ ਤੂੰ ਜਾਣ ਕੇ ਘਟਾਉਣਾ ਹੈ, ਕੱਟਣੇ ਬੰਦ ਕਰ ਦੇਗਾ ਤੇ ਆਪੇ ਰੱਖੇ ਜਾਣੇ। ਇਹਦੇ ਲਈ ਕਿਹੜਾ ਕੋਈ ਵੱਖਰੀ ਕੋਈ ਖੇਤੀ ਕਰਨੀ ਹੈ। ਕੇਸ ਤਾਂ ਗੁਰੂ ਦੀ ਮੋਹਰ ਨੇ ਔਰ ਸਰੀਰ ਦੇ ਨਾਲ ਨੇ। ਆਪਾਂ ਹਫਤੇ ਬਾਅਦ 2 ਹਫਤੇ ਬਾਅਦ ਕਟਵਾਉਨੇ ਤੇ ਕੱਟੇ ਜਾਂਦੇ ਨੇ, ਨਾ ਕੱਟੋ ਤੇ ਆਪੇ ਸਿੱਖੀ ਸਾਬਤ ਹੋ ਗਈ। ਇਸੇ ਤਰ੍ਹਾਂ ਨਸ਼ਿਆਂ ਦਾ ਸੇਵਨ ਹੈ ਤੇ ਭਾਈ ਮੁੱਲ ਖਰੀਦ ਕੇ ਪੀਨੇ ਆਪਾਂ, ਨਾ ਮੁੱਲ ਖਰੀਦ ਕੇ ਪੀਏ ਤੇ ਆਪੇ ਨਸ਼ਿਆਂ ਤੋਂ ਮੁਕਤ ਹੋ ਜਾਈਏ। ਹਾਂਜੀ। ਸੰਤ ਸੇਵ ਮਹਿ ਤਵ ਮਨ ਰਾਤਾ, ਸਤ ਨਾਮ ਜਪ ਅਬ ਸੁਖ ਦਾਤਾ। ਸਤਿਗੁਰੂ ਪਿਤਾ ਜੀ ਕਹਿਣ ਲੱਗੇ, ਰਾਜਾ ਤੂੰ ਧੰਨ ਹੈ, ਇੰਨਾ ਸੇਵਾ ਦੇ ਵਿੱਚ ਤੇਰਾ ਮਨ ਰੰਗਿਆ ਹੋਇਆ ਹੈ। ਸਤ ਨਾਮ ਜਪ ਅਬ ਸੁਖ ਦਾਤਾ। ਸਤਿਗੁਰੂ ਕਹਿੰਦੇ ਬਸ ਹੁਣ ਤੂੰ ਪ੍ਰਵਾਨ ਹੋ ਗਿਆ ਤੇ ਜਿੰਨਾ ਤੇਰਾ ਜੀਵਨ ਸਵਾਸ ਬਾਕੀ ਨੇ ਤੂੰ ਸਤ ਨਾਮ ਦਾ ਸਿਮਰਨ ਕਰਨਾ ਹੈ। ਹਾਂਜੀ। ਸਤ ਸੰਗਤ ਮੈਂ ਪ੍ਰੀਤ ਤੁਮਾਰੀ,
ਅੰਤ ਸਮੈ ਗਤ ਪਾਏ ਸੁਖਾਰੀ। ਤੇਰੀ ਪ੍ਰੀਤ ਗੁਰੂ ਦੀ ਸੰਗਤ ਵਿੱਚ ਹੈ, ਰੱਬ ਦੇ ਪਿਆਰਿਆਂ ਵਿੱਚ ਹੈ। ਔਰ ਅੰਤ ਸਮਾਂ ਜਦੋਂ ਤੇਰਾ ਆਏਗਾ ਤੈਨੂੰ ਮੋਕਸ਼ ਮਿਲੇਗੀ, ਤੈਨੂੰ ਪਰਮ ਅਵਸਥਾ ਦੀ ਪ੍ਰਾਪਤੀ ਹੋਏਗੀ, ਤੈਨੂੰ ਆਵਾਗਮਨ ਵਿੱਚ ਨਹੀਂ ਜਾਣਾ ਪਵੇਗਾ, ਤੇਰਾ ਜੰਮਣਾ ਤੇ ਮਰਨਾ ਨਹੀਂ ਹੋਵੇਗਾ। ਹਾਂਜੀ। ਕਿਤਕ ਦਿਵਸ ਤਹਿ ਹੈ ਜਗਤੇਸ਼ਾ, ਹਰ ਕੀਰਤ ਕੋ ਦੀਏ ਉਪਦੇਸ਼ਾ। ਕੁਝ ਦਿਨ ਸਤਿਗੁਰੂ ਇੱਥੇ ਵੀ ਠਹਿਰੇ। ਇਹ ਹੈ ਕਿੰਗ ਪੁਰਖ ਖੰਡ ਦਾ ਨਾਂ ਹੈ। ਇੱਥੇ ਮੇਰੇ ਸਤਿਗੁਰੂ ਪਿਤਾ ਮਹਾਰਾਜ ਨੇ ਹਰ ਕੀਰਤ ਕੋ ਦੀਏ ਉਪਦੇਸ਼ਾ, ਲੋਕਾਂ ਨੂੰ ਇੱਕੋ ਹੀ ਉਪਦੇਸ਼ ਦਿੱਤਾ ਹੈ ਵੀ ਭਾਈ ਤੁਸੀਂ ਰੱਬ ਦੀ ਕੀਰਤੀ ਕਰਨੀ ਹੈ, ਰੱਬ ਦੇ ਗੁਣ ਗਾਉਣੇ ਨੇ, ਰੱਬ ਦੀ ਸਿਫਤ ਸਲਾਹ ਕਰਨੀ ਹੈ, ਬਸ ਆਪਸ ਵਿੱਚ ਮਿਲਣਾ ਤੇ ਕੋਈ ਗੱਲ ਕਹਿਣੀ ਹੈ ਵੀ ਵੱਡਾ ਸਭ ਤੋਂ ਰੱਬ ਹੈ। ਕਰਨ ਕਰਾਉਣ ਵਾਲਾ ਵੀ ਉਹੀ ਹੈ, ਭੇਜਣ ਵਾਲਾ ਵੀ ਉਹੀ ਹੈ, ਬੁਲਾਉਣ ਵਾਲਾ ਵੀ ਉਹੀ ਹੈ। ਸੁੱਖ ਦੁੱਖ ਜਿਹੜੇ ਨੇ ਸਭ ਉਹਦੀ ਰਜਾ ਹੈ, ਉਹਦਾ ਹੁਕਮ ਹੈ, ਉਹਦਾ ਭਾਣਾ ਹੈ। ਹਾਂਜੀ। ਅਪਰ ਥਾਨ ਕੀਏ ਗਮਨ ਗੁਸਾਈ, ਹਰ ਵਰਖ ਖੰਡ ਹੋ ਤੋ ਜਿਹ ਥਾਈ। ਇੱਥੋਂ ਫਿਰ ਸਤਿਗੁਰੂ ਅੱਗੇ ਤੁਰੇ ਤੇ ਚੌਥਾ ਖੰਡ, ਇਹ ਜਿਹੜਾ ਚੌਥਾ ਖੰਡ ਹੈ ਇਹ ਹੈ ਹਰ ਵਰਖ। ਇੱਥੇ ਜਦੋਂ ਸਤਿਗੁਰੂ ਜੀ ਪਹੁੰਚਦੇ ਨੇ, ਹਾਂਜੀ, ਨਿਕਟ ਨਗਰ ਕਹਿ ਬੈਠ ਜਬ ਹੀ, ਤਹ ਕੋ ਭੂਪਤ ਆਇਓ ਤਬ ਹੀ। ਨਿਕਟ ਨਗਰ ਕੇ ਬੈਠੇ ਜਬ ਹੀ, ਜਦੋਂ ਇਸ ਹਰਖ ਵਰਖ, ਹਰ ਵਰਖ ਖੰਡ ਹੈ, ਖੰਡ ਦਾ ਨਾਂ ਹਰ ਵਰਖ ਹੈ। ਇੱਥੇ ਜਦੋਂ ਸਤਿਗੁਰੂ ਗਏ ਤੇ ਜਿਹੜੀ ਵੱਡੀ ਨਗਰੀ ਸੀ ਉਹਦੇ ਬਾਹਰ ਜਾ ਕੇ ਸਤਿਗੁਰੂ ਜੀ ਆਪਣਾ ਆਸਣ ਲਾਉਂਦੇ ਨੇ। ਹਾਂਜੀ। ਹਾਥ ਬੰਦ ਬਹੁ ਬੇਨਤੀ ਕਰ ਕੈ, ਰਹਿਓ ਚਰਨ ਪਰ ਨਿਜ ਸਿਰ ਧਰ ਕੈ। ਤਹਿ ਕੋ ਭੂਪਤ ਆਇਓ ਤਬ ਹੀ, ਉੱਥੋਂ ਦਾ ਰਾਜਾ ਵੀ ਧਰਮੀ ਸੀ। ਜਿਵੇਂ ਹੀ ਸਤਿਗੁਰੂ ਗਏ ਨੇ ਰਾਜਾ ਆ ਗਿਆ। ਰਾਜੇ ਨੇ ਦੋਵੇਂ ਹੱਥ ਜੋੜੇ ਨੇ, ਗੁਰੂ ਜੀ ਦੇ ਚਰਨ ਪਰਸੇ ਨੇ, ਗੁਰੂ ਦੇ ਚਰਨਾਂ ਤੇ ਸਿਰ ਰੱਖਿਆ, ਬੜੇ ਅਦਬ ਮਾਣ ਸਨਮਾਨ ਦੇ ਨਾਲ ਸਤਿਗੁਰਾਂ ਨੂੰ ਮੱਥਾ ਟੇਕਿਆ, ਨਮਸਕਾਰ ਕੀਤੀ ਹੈ। ਹਾਂਜੀ। ਹਵੈ ਅਧੀਨ ਜਬ ਰਹਿਓ ਅਗਾਰੀ, ਤਬ ਇਉ ਸ੍ਰੀ ਗੁਰ ਗਿਰਾ ਉਚਾਰੀ। ਬੜੀ ਅਧੀਨਗੀ ਵਿੱਚ ਆ ਕੇ ਗੁਰੂ ਜੀ ਦੇ ਸਨਮੁਖ ਬਹਿ ਗਿਆ। ਇਵੇਂ ਬੈਠਾ ਜਿਵੇਂ ਰਾਜਾ ਹੁੰਦਾ ਹੀ ਨਹੀਂ, ਕਿਉਂਕਿ ਰਾਜਾ ਤੇ ਉਹੀ ਹੈ ਨਾ, ਜਿਵੇਂ ਕੋਈ ਬਹੁਤ ਠਾਠ ਬਾਠ ਹੋਵੇ ਤੇ ਉਹਨੂੰ ਰਾਜਾ ਕਹਿੰਦੇ ਨੇ। ਆਮ ਕਰਕੇ ਅਸੀਂ ਕਹਿ ਦਿੰਦੇ ਹਾਂ ਵੀ ਅਮਕੇ ਦਾ ਪੁੱਤਰ ਲੈ, ਉਹ ਤੇ ਕਹਿੰਦੇ ਜੀ ਰਾਜਿਆਂ ਵਾਂਗੂ ਰਹਿੰਦਾ ਹੈ, ਜਿੱਥੇ ਬਹਿੰਦਾ ਹੈ ਬੜਾ ਵੱਡਾ ਉਹਦਾ ਸਿੰਘਾਸਣ ਹੈ ਜੀ, ਬੜੇ ਉਹਦੇ ਕੋਲੇ ਨੌਕਰ ਚਾਕਰ ਨੇ ਜੀ। ਅਸੀਂ ਆਪਣੀਆਂ ਬੱਚੀਆਂ ਵਿਆਹੁੰਦੇ ਆ ਤੇ ਕਈ ਵਾਰ ਫਿਰ ਮਾਂ ਕਹਿੰਦੀ ਵੀ ਮੇਰੀ ਪੁੱਤਰ ਤੇ ਰਾਣੀ ਬਣ ਗਈ, ਬਈ ਉਹ ਤਾਂ ਰਾਜ ਕਰਦੀ ਹੈ ਜੀ। ਇਹ ਠੀਕ ਹੈ, ਅਸੀਂ ਨਾਂ ਵੀ ਰੱਖੇ ਨੇ, ਬੱਚੇ ਨੂੰ ਕਿਸੇ ਨੇ ਰਾਜਾ ਕਹਿਤਾ, ਕਿਸੇ ਨੇ ਆਪਣੀ ਬੱਚੀ ਨੂੰ ਰਾਣੀ ਕਹਿ ਦਿੱਤਾ। ਆਮ ਨਾਂ ਲੋਕਾਂ ਦੇ ਰਾਜਾ ਰਾਣੀ ਬੱਚਿਆਂ ਦੇ ਹੈਗੇ ਨੇ। ਛੋਟੇ ਬੱਚਿਆਂ ਨੂੰ ਲੋਕ ਰਾਜਾ ਕਹਿ ਕੇ ਬੁਲਾਉਂਦੇ ਨੇ। ਲੜਕੀਆਂ ਦੇ ਨਾਂ ਛੋਟੀਆਂ ਦੇ ਬੱਚੀਆਂ ਦੇ ਅਸੀਂ ਧੀ ਰਾਣੀ ਕਹਿ ਕੇ, ਜਾਂ ਸਿੱਧਾ ਨਾਂ ਹੀ ਰਾਣੀ ਹੁੰਦਾ, ਰਾਣੀ ਕੌਰ ਵੀ ਨਾਂ ਸੁਣਿਆ ਮੈਂ, ਇੱਦਾਂ ਦੇ ਨਾਂ ਹੁੰਦੇ ਨੇ। ਪਰ ਅਸਲ ਦੇ ਵਿੱਚ ਇਹ ਇੱਕ ਠਾਠ ਬਾਠ ਦਾ ਲਖਾਇਕ ਹੈ ਕਿ ਜੇ ਕੋਈ ਬਹੁਤ ਸੁੱਖ ਦੇ ਵਿੱਚ ਰਵੇ ਤਾਂ ਅਸੀਂ ਕਹਿ ਦਿੰਦੇ ਰਾਜਾ ਹੈ, ਬੜੇ ਸੁੱਖ ਵਿੱਚ ਬੱਚੀ ਰਵੇ ਤੇ ਕਹਿ ਦਿੰਦੇ ਅਸੀਂ ਰਾਣੀ ਹੈ। ਪਰ ਇਹ ਰਾਜਾ ਜਿਹੜਾ ਸੀ ਬੜਾ ਹੀ ਅਧੀਨਗੀ ਵਿੱਚ ਆ ਕੇ ਗੁਰੂ ਕੋਲ ਬੈਠਾ। ਐਸਾ ਕੋਈ ਠਾਠ ਬਾਠ ਇਹਨੇ ਕੋਈ ਵਿਖਾਇਆ ਹੀ ਨਹੀਂ, ਜਿਵੇਂ ਇਹਦੇ ਕੋਲ ਹੁੰਦਾ ਹੀ ਕੋਈ ਨਹੀਂ ਹੈ। ਹਵੈ ਅਧੀਨ ਜਬ ਰਹਿਓ ਅਗਾਰੀ, ਤਬ ਇਉ ਸ਼੍ਰੀ ਗੁਰ ਗਿਰਾ ਉਚਾਰੀ। ਗੁਰੂ ਸਾਹਿਬ ਨੇ ਆਪਣੇ ਮੁਖ ਤੋਂ ਇਹ ਬਚਨ ਆਖੇ ਨੇ। ਹਾਂਜੀ। ਜੋਏ ਪਦਾਰਥ ਮਨ ਅਬਿਲਾਖੋ, ਸੋ ਲੀਜੈ ਨਿਜ ਮੁਖ ਤੇ ਪਾਖੋ। ਸਤਿਗੁਰੂ ਕਹਿਣ ਲੱਗੇ ਰਾਜਾ ਕੋਈ ਇੱਛਾ ਹੈ, ਕੋਈ ਕਾਮਨਾ ਹੈ, ਕੋਈ ਮਨ ਦੀ ਬਿਰਥਾ ਹੋਵੇ ਤੇਰੇ ਭਾਈ, ਜੇ ਤੂੰ ਕੁਝ ਮੰਗਣਾ ਚਾਹੁੰਦਾ ਤੇ ਅਸੀਂ ਤੈਨੂੰ ਦੇ ਸਕਦੇ ਹਾਂ। ਕੋਈ ਇੱਛਾ ਹੈ ਤੇ ਪ੍ਰਗਟ ਕਰ। ਹਾਂਜੀ। ਸਤਿਗੁਰ ਕੀ ਸਿੱਖੀ ਔਰ ਤਾਰੋ,
ਜਨਮ ਮਰਨ ਕੇ ਬੰਧ ਨਿਵਾਰੋ। ਹਾਂ, ਇੱਕ ਜ਼ਰੂਰ ਹੈ ਕਿ ਸਤਿਗੁਰੂ ਦੀ ਸਿੱਖੀ ਨੂੰ ਧਾਰਨ ਕਰਨਾ ਹੈ। ਜਿਹੜਾ ਪਰਮੇਸ਼ਰ ਦਾ ਮਾਰਗ ਹੈ ਉਸ ਨੂੰ ਅਪਣਾਉਣਾ ਹੈ। ਇਹਦੇ ਨਾਲ ਕੀ ਹੋਏਗਾ? ਜਨਮ ਮਰਨ ਵਾਲੇ ਬੰਧਨ ਮੁੱਕ ਜਾਣਗੇ। ਜਦੋਂ ਤੁਸੀਂ ਬੜੀ ਕਿਤੇ ਭਾਵਨਾ ਨਾਲ ਬੈਠੋਗੇ, ਫਿਰ ਤੁਸੀਂ ਵੇਖਿਓ ਵੀ ਜਿਹੜੀ ਗੁਰੂ ਨਾਨਕ ਸਾਹਿਬ ਦੀ ਸਿੱਖੀ, ਉਹਦੇ 'ਚ ਗੁਰੂ ਨਾਨਕ ਸਾਹਿਬ ਦਾ ਆਪਣਾ ਕੀ ਹੈ? ਆਪਣਾ ਤੇ ਕੁਝ ਵੀ ਨਹੀਂ। ਜੇ ਆਪਣੇ ਵਕਤ ਉਹ ਅਖਵਾਉਂਦੇ ਰਹੇ ਤਾਂ ਸਤ ਕਰਤਾਰ ਅਖਵਾਉਂਦੇ ਰਹੇ। ਆ ਧੰਨ ਗੁਰੂ ਨਾਨਕ ਤੇ ਹੁਣ ਸ਼ੁਰੂ ਕੀਤਾ, ਅਸੀਂ ਸ਼ੁਰੂ ਕੀਤਾ। ਕੁਝ ਸੰਪਰਦਾਵਾਂ ਨੇ, ਜਥੇਬੰਦੀਆਂ ਨੇ ਸ਼ੁਰੂ ਕੀਤਾ। ਗੁਰੂ ਨਾਨਕ ਸਾਹਿਬ ਆਪਣੇ ਵਕਤ ਸਤ ਕਰਤਾਰ ਖਵਾਉਂਦੇ ਸੀ। ਹੁਣ ਉਹ ਜੋਤ ਚੱਲਦੀ ਰਹੀ ਤੇ ਗੁਰੂ ਕਲਗੀਧਰ ਪਿਤਾ ਜੀ ਦੇ ਵੇਲੇ ਫਤਿਹ ਆ ਗਈ। ਹੁਣ ਚਾਹੀਦਾ ਤੇ ਇਹੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਕਾ ਖਾਲਸਾ, ਗੁਰੂ ਗੋਬਿੰਦ ਸਿੰਘ ਜੀ ਕੀ ਫਤਿਹ, ਪਰ ਉਹਨਾਂ ਨੇ ਅਖਵਾਇਆ ਥੋੜਾ ਸਾਡੇ ਕੋਲ। ਇੱਥੋਂ ਸਮਝ ਆਉਂਦੀ ਹੈ ਵੀ ਇਹ ਧਰਮ ਰੱਬ ਦਾ ਧਰਮ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਕੌਣ ਹੈ? ਰੱਬ। ਸਾਨੂੰ ਰੱਬ ਦੇ ਬੰਦੇ ਬਣਾਇਆ, ਸਾਨੂੰ ਰੱਬ ਦਾ ਧਰਮ ਦਿੱਤਾ ਹੈ, ਸਾਨੂੰ ਆਪਣਾ ਧਰਮ ਨਹੀਂ ਦਿੱਤਾ ਉਹਨਾਂ ਨੇ। ਜੇ ਉਹਨਾਂ ਆਪਣਾ ਧਰਮ ਦੇਣਾ ਹੁੰਦਾ ਤੇ ਰੱਬ ਦੀ ਬਾਣੀ ਕਿਉਂ ਦੇਣੀ ਸੀ? ਕਿਉਂ ਉਹਨਾਂ ਨੇ ਕਹਿਣਾ ਸੀਗਾ ਕਿ ਕੀਰਤ ਪ੍ਰਭ ਕੀ ਗਾਓ ਮੇਰੀ ਰਸਨਾ? ਉਹਨਾਂ ਤੇ ਕਹਿਣਾ ਸੀ ਭਾਈ ਮੇਰੀ ਪ੍ਰਤਿਮਾ ਬਣਾਓ, ਮੇਰੀ ਮੂਰਤੀ ਬਣਾਓ, ਉੱਚੀ ਲਾਇਓ। ਜੇ ਲੋਕਾਂ ਦੀਆਂ ਮੂਰਤੀਆਂ 20 ਫੁੱਟ ਹੋਣ ਤੇ ਸਾਡੀ 22 ਲਾਇਓ, ਜੇ ਦੂਜਿਆਂ ਦੀਆਂ 20 ਹੋਣ ਸਾਡੀ 24 ਲਾਇਓ। ਕਿਤੇ ਨਹੀਂ ਤੁਹਾਨੂੰ ਮਿਲੇਗਾ ਕਿ ਗੁਰੂ ਨਾਨਕ ਸਾਹਿਬ ਦਾ ਆਪਣਾ ਨਿੱਜੀ ਧਰਮ ਹੈ। ਸਿਫਤ ਸਲਾਹ ਕਿਹਦੀ ਕਰਨੀ ਹੈ? ਪਰਮੇਸ਼ਰ ਦੀ। ਸਵੇਰੇ ਉੱਠ ਕੇ ਕੀ ਕਰਨਾ ਹੈ? ਇਸ਼ਨਾਨ ਕਰਨਾ ਹੈ। ਫਿਰ ਕੀ ਕਰਨਾ ਹੈ? ਪਾਠ ਕਰਨਾ ਹੈ। ਕੀ ਕਰਨਾ ਹੈ? ਬਾਣੀ ਪੜ੍ਹਨੀ ਹੈ। ਬਾਣੀ ਕਿਹਦੀ ਹੈ? ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲੋ। ਕਦੋਂ ਗੁਰੂ ਨਾਨਕ ਸਾਹਿਬ ਨੇ ਕਿਹਾ ਵੀ ਤੂੰ ਮੇਰੀ ਬਾਣੀ ਪੜ੍ਹਨੀ ਹੈ? ਆਵੋ ਸਿੱਖ ਸਤਿਗੁਰੂ ਕੇ ਪਿਆਰਿਓ, ਗਾਵੋ ਸੱਚੀ ਬਾਣੀ। ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀਆਂ ਸਿਰ ਬਾਣੀ। ਆਖੇ ਤੇ ਬਾਣੀ ਰੱਬ ਦੀ ਬਾਣੀ ਹੈ, ਇਹ ਤਾਂ ਧੁਰ ਕੀ ਬਾਣੀ ਹੈ, ਤਾਂ ਖਸਮ ਕੀ ਬਾਣੀ ਹੈ, ਇਹ ਤੇ ਵਾਹ ਵਾਹ ਬਾਣੀ ਨਿਰੰਕਾਰ ਹੈ। ਕਿਤੇ ਕਿਹਾ ਵੀ ਭਾਈ ਤੁਸੀਂ ਮੇਰੀ ਬਾਣੀ ਪੜ੍ਹੋ? ਫਿਰ ਜੇ ਸਾਨੂੰ ਕਿਹਾ ਬਾਗ ਲਾਓ, ਖੂਹ ਲਾਓ, ਲੰਗਰ ਲਾਓ, ਹਸਪੀਟਲ ਬਣਾਓ, ਸੇਵਾ ਕਰੋ। ਹੁਣ ਸ਼ਬਦ ਕਿਹਾ ਵਿੱਚ ਦੁਨੀਆ ਸੇਵ ਕਮਾਈ ਹੈ, ਤੇ ਦੁਨੀਆ ਤੇ ਪਰਮੇਸ਼ਰ ਦੀ ਹੈ, ਮਖਲੂਕ ਤਾਂ ਪਰਮਾਤਮਾ ਦੀ ਹੈ ਭਾਈ। ਇਸ ਕਰਕੇ ਇਹ ਧਰਮ ਰੱਬ ਦਾ ਧਰਮ ਹੈ। ਸਤਿਗੁਰੂ ਕਹਿਣ ਲੱਗੇ ਰਾਜਨ ਸਿੱਖੀ ਕਮਾਓ, ਜਨਮ ਮਰਨ ਵਾਲੇ ਦੁੱਖ ਮਿਟ ਜਾਣਗੇ ਤੁਹਾਡੇ। ਹਾਂਜੀ। ਸੁਣ ਬਾਣੀ ਆਪਣੇ ਅਨਕੂਲਾ, ਕਹੈ ਭੂਪ ਤੁਮ ਮੰਗਲ ਮੂਲਾ। ਜਦੋਂ ਰਾਜੇ ਨੇ ਬਾਣੀ ਸੁਣੀ ਕਿ ਜਿੰਨੇ ਬਚਨ ਇਸ ਸੰਤ ਨੇ ਆਖੇ ਨੇ ਇਹ ਤਾਂ ਮੇਰੇ ਵਾਸਤੇ ਨੇ, ਸਿੱਖੀ ਕਮਾਵਾਂਗਾ ਤੇ ਮੇਰੀ ਮੁਕਤੀ ਹੋਏਗੀ, ਕੁਝ ਮੰਗਾਂਗਾ ਤੇ ਮੈਨੂੰ ਮਿਲ ਜਾਏਗਾ। ਹੁਣ ਇਹ ਸਾਰੀਆਂ ਗੱਲਾਂ ਜਿਹੜੀਆਂ ਸੀ ਨਿੱਜ ਦੇ ਭਲੇ ਦੀਆਂ ਸੀ। ਆਪਾਂ ਜਦੋਂ ਵੀ ਗੁਰਦੁਆਰੇ ਆਉਂਦੇ ਆ, ਸ਼ਾਇਦ ਇਹ ਸਾਨੂੰ ਪਤਾ ਹੈ ਕਿ ਨਹੀਂ ਪਤਾ, ਸਭ ਤੋਂ ਪਹਿਲਾਂ ਤੁਹਾਡਾ ਨਿੱਜ ਦਾ ਭਲਾ ਹੈ। ਜੁੱਤੀ ਉਤਾਰੋ ਤੇ ਪਾਲਿਸ਼ ਹੋ ਜਾਂਦੀ ਹੈ, ਹੱਥ ਜੋੜੋ ਆ ਕੇ ਤੇ ਜੋ ਮੰਗੋ ਮਿਲ ਜਾਂਦਾ ਹੈ, ਬਾਹਰ ਨਿਕਲੋ ਤੇ ਗਰਮ ਗਰਮ ਪ੍ਰਸ਼ਾਦ ਮਿਲ ਜਾਂਦਾ ਹੈ, ਥੱਲੇ ਉਤਰੋ ਤੇ ਅੱਗੇ ਥਾਲੀ ਮਿਲ ਜਾਂਦੀ ਹੈ, ਵਿੱਚੇ ਚਮਚਾ, ਵਿੱਚੇ ਦਾਲ, ਵਿੱਚੇ ਸਬਜ਼ੀ ਭਾਜੀ। ਖਾ ਪੀ ਕੇ ਹਟੋ ਤਾਂ ਅਗਲੇ ਕਹਿੰਦੇ ਲਿਆਓ ਥਾਲੀ ਦੇ ਦਿਓ ਜੀ, ਅਸੀਂ ਧੋ ਦਿਆਂਗੇ। ਹੁਣ ਇਹ ਸਾਰੀਆਂ ਗੱਲਾਂ ਨਿੱਜ ਦੇ ਭਲੇ ਦੀਆਂ ਨੇ। ਰਾਜੇ ਨੇ ਜਦੋਂ ਗੁਰੂ ਨਾਨਕ ਸਾਹਿਬ ਦੇ ਬਚਨ ਸੁਣੇ, ਆਪਣੇ ਅਨੁਕੂਲ ਸਭ ਕੁਝ ਵੇਖਿਆ। ਹਾਂਜੀ। ਸੁਨੋ ਸੰਤ ਜੀ ਸਭ ਸੁਖਦਾਈ, ਹਿਤ ਸੰਤਤ ਬਹੁ ਕੀਏ ਉਪਾਈ। ਕਹਿਣ ਲੱਗਾ ਸੰਤ ਜੀ ਬਾਕੀ ਤਾਂ ਸਭ ਠੀਕ ਹੈ, ਬਸ ਇੱਕ ਘਾਟ ਹੈ ਕਿ ਮੇਰੇ ਘਰ ਸੰਤਾਨ ਕੋਈ ਨਹੀਂ ਹੈ, ਮੇਰੇ ਘਰ ਬੱਚਾ ਕੋਈ ਨਹੀਂ ਹੈ। ਹਾਂਜੀ। ਕਿਸ ਪ੍ਰਕਾਰ ਅਬਿਲਾਖ ਨ ਪੂਰੀ, ਕਰ ਉਪਚਾਰ ਰਹੀ ਮਨ ਰੂਰੀ। ਉਪਚਾਰ ਬੜੇ ਕੀਤੇ ਨੇ, ਦਵਾਈ ਬੂਟੀ ਵੀ ਕੀਤੀ ਹੈ, ਅਰਦਾਸਾਂ ਬੇਨਤੀਆਂ ਵੀ ਕੀਤੀਆਂ ਰੱਬ ਅੱਗੇ,
ਪਰ ਇਹ ਮਨਸ਼ਾ ਪੂਰੀ ਨਹੀਂ ਹੋਈ, ਘਰ ਬੱਚਾ ਨਹੀਂ ਹੋਇਆ। ਬਾਕੀ ਘਰ ਵਿੱਚ ਸਭ ਸੁੱਖ ਹੈ, ਸਭ ਧਨ ਦੌਲਤ ਪਦਾਰਥ ਬਹੁਤ ਕੁਝ ਹੈ। ਹਾਂਜੀ। ਜੇ ਅਬ ਤੁਮ ਸੰਤਤ ਦੇਹੁ ਮੋਹੀ, ਲਿਓ ਰਵਰ ਉਪਦੇਸ਼ ਜੋ ਹੋਈ। ਕਹਿਣ ਲੱਗਾ ਜੀ ਕਿਰਪਾ ਕਰੋ, ਮੈਂ ਤੁਹਾਡਾ ਉਪਦੇਸ਼ ਲੈ ਰਿਹਾ, ਤੇ ਜੇ ਤੁਹਾਡੀ ਰਹਿਮਤ ਹੋਵੇ ਤੇ ਮੇਰੇ ਘਰ ਬੱਚਾ ਹੋ ਜਾਏ, ਪੁੱਤਰ ਹੋ ਜਾਏ। ਹਾਂਜੀ। ਐਸੇ ਬੇਨਤੀ ਸੁਣ ਜਗਨਾਥਾ, ਦੇ ਲੌਂਗ ਦਵੈਤਾਂ ਕੇ ਹਾਥਾ। ਇਉਂ ਫਿਰ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਇਹਨਾਂ ਤੇ ਕਿਰਪਾ ਕੀਤੀ। ਹਾਂਜੀ। ਏਕ ਲਾਇਚੀ ਦੇ ਤਿਹ ਪਾਨੇ, ਕਹਿਓ ਦੇਹੋ ਰਾਣੀ ਕੋ ਖਾਣੇ। ਇਸ ਤਰ੍ਹਾਂ ਰਾਜੇ ਨੂੰ ਤੇ ਰਾਣੀ ਨੂੰ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ, ਅਸੀਸ ਦਿੱਤੀ, ਬਖਸ਼ਿਸ਼ ਕੀਤੀ। ਹਾਂਜੀ। ਹਵੈ ਹੈ ਸੰਤਤ ਸਦਨ ਤੁਮਾਰੇ, ਸਤ ਨਾਮ ਜਪ ਸੰਜ ਸਕਾਰੇ। ਸਤਿਗੁਰੂ ਕਹਿਣ ਲੱਗੇ ਭਾਈ ਤੁਹਾਡੇ ਘਰ ਸੰਤਾਨ ਹੋਵੇਗੀ, ਪਰ ਸੰਜ ਤੇ ਸਕਾਰੇ। ਸੰਜ ਦਾ ਅਰਥ ਹੈ ਸ਼ਾਮਾਂ ਦਾ, ਸਾਕਾਰ ਦਾ ਅਰਥ ਹੈ ਸਵੇਰ। ਸਵੇਰ ਸ਼ਾਮ ਤੁਹਾਨੂੰ ਰੱਬ ਦੀ, ਸਤਨਾਮ ਦੀ, ਉਸ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਕਰਨੀ ਹੋਵੇਗੀ। ਹਾਂਜੀ। ਸਤ ਸੰਗਤ ਮੈਂ ਕੀਰਤ ਸੁਣੀਐ, ਵਿਸ਼ੈ ਬਾਸਨਾ ਮਨ ਤੇ ਹਣੀਐ। ਸਤ ਸੰਗਤ ਵਿੱਚ ਜਾ ਕੇ ਬਹਿਣਾ ਹੈ ਤੇ ਗੁਰਬਾਣੀ ਕੀਰਤਨ ਸੁਣਨਾ ਹੈ, ਰੱਬ ਦੀ ਸਿਫਤ ਸਲਾਹ ਸੁਣਨੀ ਹੈ, ਪਰਮੇਸ਼ਰ ਦੇ ਗੁਣਾਂ ਦਾ। ਜਦੋਂ ਤੁਸੀਂ ਕੀਰਤਨ ਸੁਣੋਗੇ ਤਾਂ ਫਿਰ ਕੀ ਹੋਏਗਾ? ਵਿਸ਼ੇ ਬਾਸ਼ਨਾ ਮਨ ਤੇ ਹਨੀ ਹੈ, ਮਨ ਦੇ ਵਿੱਚੋਂ ਵਿਸ਼ੇ ਵਕਾਰਾਂ ਤੋਂ ਫਿਰ ਮੁਕਤੀ ਕਰਨੀ ਹੈ, ਆਪਣੇ ਅੰਦਰੋਂ ਬੁਰਾਈਆਂ ਨੂੰ ਬਾਹਰ ਕੱਢਣਾ ਹੈ। ਹਾਂਜੀ। ਕਿਤਕ ਦਿਵਸ ਤਹਿ ਰਾਖਿਓ ਡੇਰਾ, ਸਿੱਖੀ ਮਗ ਪ੍ਰਗਟਾਏ ਕਨੇਰਾ। ਕੁਝ ਦਿਨ ਸਤਿਗੁਰੂ ਇੱਥੇ ਰੁਕੇ ਨੇ। ਜਿੰਨਾ ਚਿਰ ਇੱਥੇ ਸਤਿਗੁਰੂ ਰੁਕੇ ਨੇ ਉਹਨਾਂ ਚਿਰ ਸਤਿਗੁਰਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਹੈ, ਇੱਥੇ ਸਿੱਖੀ ਪ੍ਰਚੰਡ ਕੀਤੀ। ਅੱਜ ਅਗਰ ਦੁਨੀਆ ਵਿੱਚ ਸਿੱਖੀ ਹੈ ਤੇ ਇਹ ਬੀਜ ਗੁਰੂ ਨਾਨਕ ਖੁਦ ਪਾ ਕੇ ਗਏ ਨੇ। ਅਗਰ ਦੁਨੀਆ ਦੇ ਵਿੱਚ ਸਿੱਖੀ ਦੇ ਪ੍ਰਤੀ ਸ਼ਰਧਾ ਹੈ ਤੇ ਇਹ ਖੁਸ਼ਬੂਈ, ਇਹ ਸੁਗੰਧੀ ਸਤਿਗੁਰੂ ਜੀ ਨੇ ਆਪ ਫੈਲਾਈ ਹੈ। ਸਭ ਤੋਂ ਵੱਧ ਧਰਤੀ ਦਾ ਭਰਮਣ ਗੁਰੂ ਨਾਨਕ ਸਾਹਿਬ ਨੇ ਕੀਤਾ ਹੈ। ਹਾਂਜੀ। ਤਿਨ ਤੇ ਹਵੈ ਕਰ ਬਿਦਾ ਬਹੋਰੰ, ਗੇ ਕੋਰ ਖੰਡ ਹੁਤੋ ਜਿਹ ਠੌਰੰ। ਇੱਥੋਂ ਫਿਰ ਸਤਿਗੁਰੂ ਜੀ ਅਗਲੇ ਖੰਡ ਵਿੱਚ ਗਏ, ਇਹਦਾ ਨਾਂ ਹੈ ਕੁਰਖੰਡ। ਹਾਂਜੀ। ਜੈਸਾ ਤਿਨ ਲੋਕਨ ਬਿਵਹਾਰੰ, ਸੁਣ ਸ੍ਰੀ ਅੰਗਦ ਪਰਮ ਉਦਾਰੰ। ਆਖਿਆ ਹੈ ਗੁਰੂ ਅੰਗਦ ਸਾਹਿਬ, ਇਹ ਤੁਸੀਂ ਸੁਣੋ ਕਿ ਇਹਨਾਂ ਲੋਕਾਂ ਦਾ ਵਿਹਾਰ ਕੀ ਸੀ, ਇਹਨਾਂ ਲੋਕਾਂ ਦੀ ਜੁਗਤੀ ਕੀ ਸੀ, ਇਹਨਾਂ ਲੋਕਾਂ ਦਾ ਢੰਗ ਤਰੀਕਾ ਕੀ ਸੀ, ਇਹਨਾਂ ਲੋਕਾਂ ਦੀ ਜੀਵਨ ਜਾਂਚ ਕੈਸੀ ਸੀ। ਹਾਂਜੀ। ਜਿਹ ਛਿਨ ਤਿਨ ਕੇ ਸੋਤੇ ਉਪਜਾਈ, ਰੋਦਨ ਸਦਨ ਕਰੈ ਤਿਹ ਆਈ। ਇੱਥੋਂ ਦੇ ਜਿਹੜੇ ਲੋਕ ਸੀਗੇ ਕੁਰਖੰਡ ਦੇ, ਜਦੋਂ ਇਹਨਾਂ ਦੇ ਘਰ ਬੱਚਾ ਹੁੰਦਾ ਸੀ ਤੇ ਇਹ ਰੋਂਦੇ ਸਨ, ਸਭ ਇਕੱਠੇ ਹੋ ਕੇ, ਜਿਵੇਂ ਮਰਨ ਤੇ ਰੋਈਦਾ ਨਾ, ਇਹ ਜਨਮ ਤੇ ਰੋਂਦੇ ਸੀ। ਜੇ ਕਿਸੇ ਦੇ ਘਰ ਬੱਚਾ ਹੋ ਜਾਣਾ ਇਹਨਾਂ ਨੇ ਫੂੜੀ ਪਾ ਕੇ ਬਹਿ ਜਾਣਾ, ਪਿੱਟ ਸਿਆਪਾ ਕਰਨਾ ਵੀ ਇਹ ਹੁਣ ਹੋਰ ਆ ਗਿਆ। ਹਾਂਜੀ। ਜਬ ਕੋ ਮਨ ਜੋ ਮ੍ਰਿਤਕ ਹੋਇ ਜਾਵੇ, ਹਾਸ ਬਿਲਾਸ ਕਰਤ ਮਨ ਪਾਵੇ। ਤੇ ਜਦੋਂ ਇਹਨਾਂ ਦੇ ਘਰ ਵਿੱਚੋਂ ਕੋਈ ਮਰਦਾ ਤੇ ਫਿਰ ਇਹ ਰੋਂਦੇ ਨਹੀਂ ਸਨ, ਫਿਰ ਖੁਸ਼ ਹੁੰਦੇ ਸੀ। ਇਹਨਾਂ ਦੀ ਸੋਚ ਇਹ ਸੀ ਵੀ ਜਦੋਂ ਆਉਂਦਾ ਹੈ ਕੋਈ ਤੇ ਰੱਬ ਤੋਂ ਵਿਛੜਦਾ ਹੈ, ਮਾੜਾ ਹੋਇਆ ਹੈ। ਜਦੋਂ ਮਰਦਾ ਸੀ ਤੇ ਇਹ ਖੁਸ਼ ਹੁੰਦੇ ਸੀ ਵੀ ਚਲੋ ਸਾਡੇ ਚੋਂ ਇੱਕ ਤੇ ਵਾਪਸ ਰੱਬ ਕੋਲ ਪਹੁੰਚਿਆ, ਇੱਕ ਤੇ ਆਪਣੇ ਘਰ ਗਿਆ ਵਾਪਸ। ਇਹ ਖੁਸ਼ੀ ਮਨਾਉਂਦੇ ਸੀ। ਹੁਣ ਤੁਹਾਨੂੰ ਲੱਗੇਗਾ ਵੀ ਇਹ ਗੱਲ ਠੀਕ ਹੈ, ਬਾਹਰਮੁਖੀ ਠੀਕ ਹੈ, ਅੱਗੇ ਜਾਓਗੇ ਨਹੀਂ ਇਹ ਵੀ ਠੀਕ ਨਹੀਂ ਹੈ। ਇੱਥੇ ਵੀ ਤੁਹਾਨੂੰ ਸਮਝ ਆਏਗੀ ਗੁਰੂ ਨਾਨਕ ਸਾਹਿਬ ਦਾ ਸਿਧਾਂਤ ਇਹ ਨਹੀਂ ਹੈ, ਉਹ ਵੱਖਰਾ ਹੈ। ਹਾਂਜੀ। ਤਾਹਾ ਨਗਰ ਕੇ ਜਾਏ ਸਮੀਪਾ,
ਬੈਠ ਗਏ ਬੇਦੀ ਕੁਲ ਦੀਪਾ। ਇਸ ਕੁਰਖੰਡ ਦੇ ਵੱਡੇ ਨਗਰ ਦੇ ਬਾਹਰ, ਜਿੱਥੇ ਉਥੋਂ ਦਾ ਰਾਜਾ ਰਹਿੰਦਾ ਸੀ, ਸਤਿਗੁਰੂ ਜੀ ਨਗਰੀ ਦੇ ਬਾਹਰ ਜਾ ਕੇ ਉਹਨਾਂ ਨੇ ਆਪਣਾ ਆਸਣ ਲਾ ਲਿਆ। ਉੱਥੇ ਜਾ ਕੇ ਸਮਾਧੀ ਲਾ ਕੇ ਸਤਿਗੁਰੂ ਬੈਠ ਗਏ। ਹਾਂਜੀ। ਮਰਦਾਨਾ ਸੁਣ ਕੇ ਤੇ ਗਾਥਾ, ਭੋਜਨ ਲਗਾ ਪ੍ਰਭੂ ਕੇ ਸਾਥਾ। ਹੁਣ ਭਾਈ ਮਰਦਾਨਾ ਕਹਿਣ ਲੱਗਾ, ਬਾਬਾ ਇਹ ਕੀ, ਇਹ ਤੇ ਬਿਲਕੁਲ ਹੀ ਉਲਟਾ ਕਰਮ ਕਰਦੇ ਨੇ ਲੋਕ। ਜੰਮੇ ਤੇ ਰੋਂਦੇ ਨੇ, ਮਰੇ ਤੇ ਹੱਸਦੇ ਨੇ। ਹਾਂਜੀ। ਵੱਡੇ ਕੌਤਕੀ ਨਰ ਇਹ ਥਾਈ, ਦਵੈ ਬਾਤੇਂ ਵਿਪਰੀਤ ਕਰਾਈ। ਇਹ ਬਾਬਾ ਬੜੇ ਕੌਤਕੀ ਲੋਕ ਨੇ, ਦੋਵੇਂ ਹੀ ਉਲਟੇ ਕੰਮ ਕਰਦੇ ਨੇ। ਜੰਮਣ ਤੇ ਰੋਂਦੇ ਨੇ, ਮਰਨ ਤੇ ਹੱਸਦੇ ਨੇ। ਹਾਂਜੀ। ਸ਼੍ਰੀ ਗੁਰ ਕਹਿ ਸੁਨੋ ਮਰਦਾਨਾ, ਇਨ ਕੇ ਹਿਰਦੇ ਅਦਕ ਅਗਿਆਨਾ। ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਇਹ ਤੇ ਸਾਡੇ ਨਾਲੋਂ ਵੀ ਅਗਿਆਨੀ ਨੇ। ਵੀ ਜਿਹੜੇ ਸਾਡੇ ਆਮ ਲੋਕ ਨੇ ਉਹ ਕੀ ਕਰਦੇ ਨੇ, ਉਹ ਇਹ ਕਰਦੇ ਨੇ ਕਿ ਕੋਈ ਜੰਮੇ ਤੇ ਹੱਸਦੇ ਨੇ, ਮਰੇ ਤੇ ਰੋਂਦੇ ਨੇ। ਪਰ ਇਹ ਤਾਂ ਬਿਲਕੁਲ ਹੀ ਅਗਿਆਨੀ ਨੇ। ਇਹ ਜੰਮੇ ਤੇ ਰੋਂਦੇ ਨੇ, ਮਰੇ ਤੇ ਹੱਸਦੇ ਨੇ। ਹਾਂਜੀ। ਵਾਹਿਗੁਰੂ ਜਬ ਜਗਤ ਪਠਾਵਤ, ਤਬ ਇਹ ਰੁਦਨ ਕਰਤ ਦੁਖ ਪਾਵਤ। ਹੁਣ ਕਿੰਨੇ ਅਗਿਆਨੀ ਨੇ, ਵੇਖੋ ਭੇਜਿਆ ਕਿੰਨੇ ਰੱਬ ਨੇ, ਤੇ ਰੱਬ ਦੇ ਭੇਜੇ ਤੇ ਤੁਸੀਂ ਕੌਣ ਹੁੰਨੇ ਇਤਰਾਜ਼ ਕਰਨ ਵਾਲੇ। ਬਈ ਆਪਾਂ ਕਈ ਵਾਰੀ ਕਹਿੰਦੇ ਆ, ਨਹੀਂ ਜੀ ਬਸ ਜਿਵੇਂ ਤੁਸੀਂ ਰੱਖੋਗੇ ਉਵੇਂ ਰਵਾਂਗੇ। ਇਹ ਬਹੁਤ ਔਖਾ ਹੈ ਗੱਲ, ਬੜੀ ਔਖੀ ਗੱਲ ਹੈ। ਘਰ ਵਾਲੀ ਨੇ ਗੱਲ ਕਹੀ ਸੀ ਘਰ ਵਾਲੇ ਨੂੰ, ਨਹੀਂ ਜੀ ਜਿੱਦਾਂ ਤੁਸੀਂ ਰੱਖੋਗੇ। ਮਾਂ ਪਿਓ ਨੇ ਵੀ ਕਿਹਾ ਸੀ, ਨਾ ਜੀ ਧੀ ਤੇ ਬਿਲਕੁਲ ਦੇਵੀ ਹੈ ਜੀ, ਜਿਵੇਂ ਰੱਖੋਗੇ ਉਵੇਂ ਰਵੇਗੀ। ਮੁੜ ਕੇ ਪਤਾ ਲੱਗਦਾ ਵੀ ਇਹ ਮੰਜੀ ਤੇ ਰਹਿੰਦੀ ਹੈ ਤੇ ਬਾਕੀ ਟੱਬਰ ਪੇਟੀ ਤੇ ਚੜ੍ਹ ਕੇ ਰਹਿੰਦਾ ਹੈ। ਇਹਦੇ ਵਿਆਹ ਤੋਂ ਬਾਅਦ ਪਤਾ ਲੱਗਦਾ ਹੈ। ਰਜਾ ਵਿੱਚ ਰਹਿਣਾ, ਭਾਣੇ ਵਿੱਚ ਰਹਿਣਾ, ਹੁਕਮ ਦੇ ਵਿੱਚ ਰਹਿਣਾ, ਇਹ ਬੜੀਆਂ ਗੱਲਾਂ ਦੂਰ ਦੀਆਂ ਗੱਲਾਂ ਨੇ। ਇਹਦਾ ਘਰ ਬੜੀ ਦੂਰ ਹੈ। ਸਤਿਗੁਰੂ ਕਹਿਣ ਲੱਗੇ, ਮਰਦਾਨਿਆ ਇਹ ਵੱਡੇ ਅਗਿਆਨੀ ਨੇ। ਬੱਚਾ ਜੰਮਿਆ ਤੇ ਕਿਹਨੇ ਭੇਜਿਆ? ਰੱਬ ਨੇ। ਤੇ ਤੁਸੀਂ ਰੋਣ ਲੱਗ ਗਏ ਕਿਉਂ? ਬਈ ਰੱਬ ਤੋਂ ਗਲਤੀ ਹੋ ਗਈ। ਜਿਹੜੀ ਤੁਹਾਨੂੰ ਸਮਝ ਆ ਗਈ, ਰੱਬ ਨੂੰ ਨਹੀਂ ਸਮਝ ਆਈ। ਜੇ ਤੁਸੀਂ ਕਿਸੇ ਦੀ ਰਜਾ ਵਿੱਚ ਰਹਿਣਾ, ਫਿਰ ਦੋਨਾਂ ਅਵਸਥਾਵਾਂ ਦੇ ਵਿੱਚ ਠੀਕ ਰਹਿਣਾ ਪੈਣਾ। ਭੇਜ ਦੇਵੇ ਤਾਂ ਕੋਈ ਨਹੀਂ, ਬੁਲਾ ਲਵੇ ਤੇ ਤਾਂ ਕੋਈ ਨਹੀਂ। ਹਾਂਜੀ। ਹੁਕਮ ਕਰਤ ਜਬ ਬੋਲ ਪਠਾਵਤ, ਤਬ ਮਿਲ ਕਰ ਕੈ ਔਰ ਮੈਂ ਹਰ ਖਾਵਤ। ਪਰ ਇਹ ਤਾਂ ਬਿਲਕੁਲ ਉਲਟੇ ਲੋਕ ਨੇ ਮਰਦਾਨਿਆ। ਜਦੋਂ ਰੱਬ ਵਾਪਸ ਬੁਲਾਉਂਦਾ ਹੈ ਤੇ ਫਿਰ ਇਹ ਹੱਸਦੇ ਨੇ। ਇਹ ਵੀ ਉਲਟ ਹੈ। ਰੱਬ ਭੇਜਦਾ ਤੇ ਰੋਂਦੇ ਨੇ। ਅੱਜ ਸਮਾਂ ਸਮਾਪਤ ਹੈ। ਸਤਿਗੁਰੂ ਕਿਰਪਾ ਕਰਨ। ਅਗਲੀ ਕਥਾ ਆਪਾਂ ਕੱਲ ਗੁਰੂ ਕੀ ਗੋਦ ਵਿੱਚ ਬੈਠ ਕੇ ਸੁਣੀਏ। ਭੁੱਲਾਂ ਬਖਸ਼ੋ ਜੀ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ